वाहिगुरु जी का खालसा वाहिगुरु जी की फतेह। सतगुरु बिना होर कच्ची है बाणी, बाणी तां कच्ची सतगुरु बाझों होर कच्ची बाणी। असी जिहड़ा कल पौड़ी नूं समझिया सी ਉਹਦੇ ਵਿੱਚ ਦਾਤਾਰ ਨੇ ਇੱਕ ਕਿਰਪਾ ਕੀਤੀ ਸੀ, ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਕਿ ਸੱਚੀ ਬਾਣੀ ਨੂੰ ਤੁਸੀਂ ਗਾਉਣਾ ਕਰੋ। ਫਿਰ ਨਾਲ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਅੱਜ ਕਹਿ ਦਿੱਤੀ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਦਾ ਅਖਰੀ ਅਰਥ ਵੈਸੇ ਹੈ ਬੋਲੀ, ਤੇ ਜਦੋਂ ਉਹ ਬਾਣੀ ਗੁਰੂ ਦੇ ਮੂੰਹ ਦੇ ਵਿੱਚੋਂ ਨਿਕਲਦੀ ਹੈ ਉਦੋਂ ਬਣ ਜਾਂਦੀ ਹੈ ਗੁਰਬਾਣੀ। ਇਸ ਕਰਕੇ ਜੋ ਅਸੀਂ ਬੋਲਦੇ ਹਾਂ ਉਹਨੂੰ ਬੋਲੀ ਕਿਹਾ ਜਾਂਦਾ ਹੈ, ਪਰ ਧਾਰਮਿਕ ਸਾਹਿਤ ਦੇ ਵਿੱਚ ਉਹਦੇ ਲਈ ਗਿਰਾ ਸ਼ਬਦ, ਉਹਦੇ ਲਈ ਬਾਣੀ ਸ਼ਬਦ ਵਰਤਿਆ ਜਾਂਦਾ ਹੈ। ਤੇ ਹੁਣ ਜੇ ਸਤਿਗੁਰੂ ਇਸ ਗੱਲ ਨੂੰ ਕਹਿ ਰਹੇ ਨੇ ਵੀ ਸੱਚੀ ਬਾਣੀ ਗਾਉਣੀ ਹੈ, ਤੇ ਦੂਸਰੇ ਪਾਸੇ ਕੱਚੀ ਬਾਣੀ ਦੀ ਵੀ ਗੱਲ ਕਰਦੇ ਪਏ ਨੇ, ਤੇ ਇਹਦਾ ਮਤਲਬ ਸਾਡਾ ਇੱਕ ਧਿਆਨ ਰੱਖਣ ਦਾ ਇਹ ਫਰਜ਼ ਬਣਦਾ ਹੈ ਵੀ ਜਦੋਂ ਅਸੀਂ ਪੜ੍ਹਦੇ ਪਏ ਹਾਂ, ਬਾਣੀ ਪੜ੍ਹਦੇ ਪਏ ਹਾਂ, ਕਿ ਵਾਕਿਆ ਹੀ ਅਸੀਂ ਬਾਣੀ ਹੀ ਪੜ੍ਹਦੇ ਪਏ ਹਾਂ। ਕਿਤੇ ਇਹ ਤਾਂ ਨਹੀਂ ਵੀ ਅਸੀਂ ਬਾਣੀ ਦੀ ਥਾਂ ਦੇ ਉੱਤੇ ਹੋਰ ਕਿੰਨਾ ਕੁਝ ਪੜ੍ਹੀ ਜਾ ਰਹੇ ਹਾਂ ਤੇ ਸਾਨੂੰ ਲੱਗਦਾ ਹੋਵੇ ਵੀ ਅਸੀਂ ਬਾਣੀ ਹੀ ਪੜ੍ਹਦੇ ਪਏ ਹਾਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਸਿੱਖ ਦਾ ਜਿਹੜਾ ਜੀਵਨ ਹੈ, ਅਸੀਂ ਕਹਿੰਦੇ ਹਾਂ ਜੀ ਅਸੀਂ ਸਿੱਖ ਹਾਂ, ਅਤੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹੈ, ਅਤੇ ਮੈਨੂੰ ਆਪਣੇ ਗੁਰੂ ਦੇ ਬਾਰੇ ਜਾਣਕਾਰੀ ਕਿੰਨੀ ਕੁ ਹੈ, ਮੈਂ ਕਿੰਨਾ ਕੁ ਉਹਨੂੰ ਪੜ੍ਹਿਆ ਹੈ, ਕਿੰਨੀ ਕੁ ਵਾਰ ਮੈਂ ਉਹਦੇ ਦਰਸ਼ਨ ਕੀਤੇ ਨੇ, ਸਹਿਜ ਪਾਠ ਮੈਂ ਕਿਵੇਂ ਕਰਦਾ ਹਾਂ, ਮੈਂ ਨਿਤਨੇਮ ਕਿਵੇਂ ਕਰਦਾ ਹਾਂ, ਫਿਰ ਤਾਂ ਮੈਂ ਕਹਿ ਸਕਦਾ ਵੀ ਮੈਂ ਆਪਣੇ ਗੁਰੂ ਦੇ ਨਾਲ ਜੁੜਿਆ ਹੋਇਆ ਹਾਂ। ਨਹੀਂ ਤਾਂ ਫਿਰ ਉਹ ਇੱਕ ਹਿਸਾਬ ਦਾ ਵੀ ਉਹ ਆਪਣੀ ਥਾਂ 'ਤੇ ਬੈਠਾ ਹੋਇਆ, ਮੈਂ ਆਪਣੀ ਥਾਂ 'ਤੇ ਬੈਠਾ ਹੋਇਆ ਹਾਂ, ਦੋਵਾਂ ਨੇ ਆਪਸ ਦੇ ਵਿੱਚ ਅਸੀਂ ਕਦੀ ਅਜੇ ਗੱਲ ਨਹੀਂ ਕੀਤੀ ਹੈ। ਔਰ ਜਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੱਲ ਨਹੀਂ ਨਾ ਪਤਾ ਹੋਵੇਗੀ, ਅਤੇ ਫਿਰ ਤੁਸੀਂ ਵੇਖਿਓ ਕੋਈ ਮਾੜਾ ਮੋਟਾ ਬੰਦਾ ਵੀ ਉੱਠੇਗਾ ਨਾ, ਉਹ ਤੁਹਾਨੂੰ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਗੱਲ ਲਿਖੀ ਹੈ, ਅਤੇ ਅਸੀਂ ਖੁਦ ਪੜ੍ਹਿਆ ਹੀ ਨਾ ਹੋਵੇਗਾ, ਅਤੇ ਅਸੀਂ ਯਕੀਨ ਕਰ ਲੈਣਾ ਵੀ ਵਾਕਿਆ ਹੀ ਇਹ ਬੰਦਾ ਕਹਿ ਰਿਹਾ ਅਤੇ ਸ਼ਾਇਦ ਲਿਖਿਆ ਹੀ ਹੋਵੇ। ਤੁਸੀਂ ਅਕਸਰ ਵੇਖ ਲੈਣਾ, ਮੈਂ ਬੇਨਤੀ ਕਰ ਦੇਵਾਂ, ਪਿੱਛੇ ਜੇ ਨਾ ਇੱਕ ਇੰਟਰਵਿਊ ਹੋ ਰਹੀ ਸੀ ਕਿਸੇ ਬਾਬੇ ਦੀ, ਅਤੇ ਉਹ ਜਿਹੜਾ ਪੱਤਰਕਾਰ ਇੰਟਰਵਿਊ ਲੈ ਰਿਹਾ ਸੀ ਉਹਨੂੰ ਇੰਝ ਲੱਗਦਾ ਸੀ ਵੀ ਮੈਨੂੰ ਬੜਾ ਗੁਰਮਤਿ ਦਾ ਪਤਾ ਹੈ। ਹੁਣ ਉਹ ਜਿਹੜਾ ਇੰਟਰਵਿਊ ਬਾਬਾ, ਜਿਹੜਾ ਪੱਤਰਕਾਰ ਇੰਟਰਵਿਊ ਕਰਦਾ ਪਿਆ ਹੈ, ਉਹਨੇ ਇੱਕ ਗੱਲ ਕਰਦਿਆਂ ਗੱਲ ਬੋਲ ਦਿੱਤੀ ਵੀ ਗੁਰਬਾਣੀ 'ਚ ਵੀ ਲਿਖਿਆ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਹੁਣ ਇਮਾਨਦਾਰੀ ਦੇ ਨਾਲ ਤੁਸੀਂ ਧਿਆਨ ਦੇ ਨਾਲ ਵੇਖ ਲਿਓ, ਇਹ ਗੱਲ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਲਿਖੀ ਗਈ, ਇਹ ਪੰਕਤੀ ਹੈ ਹੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ। ਪਰ ਸਾਨੂੰ ਕਿੰਨੀ ਯਾਦ ਹੈ, ਸਾਨੂੰ ਕਿੰਨੇ ਧਿਆਨ ਦੇ ਨਾਲ ਇਹ ਪੰਕਤੀ ਯਾਦ ਹੈ। ਅਤੇ ਜੇ ਕੱਲ੍ਹ ਨੂੰ ਕੋਈ ਬੋਲ ਦੇਵੇ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਸ ਗੱਲ ਨੂੰ ਪੜ੍ਹਿਆ ਹੋਵੇ, ਅਤੇ ਅਸੀਂ ਮੰਨ ਲਵਾਂਗੇ ਨਾ ਕਿ ਵਾਕਿਆ ਜੇ ਬੰਦਾ ਕਹਿ ਰਿਹਾ ਤੇ ਸ਼ਾਇਦ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇ ਹੀ। ਹੋਰ ਵੀ ਬੜੀਆਂ ਪੰਕਤੀਆਂ ਨੇ, ਮੈਂ ਅੱਗੇ ਜਾ ਕੇ ਆਪ ਜੀ ਦੇ ਨਾਲ ਇਹ ਗੱਲ ਸਾਂਝੀ ਕਰਾਂਗਾ। ਸਾਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਤਾ ਨਹੀਂ ਨਾ ਹੋਵੇਗਾ ਵੀ ਆਹ ਗੱਲ ਗੁਰਬਾਣੀ ਦੇ ਵਿੱਚ ਲਿਖੀ ਹੈ, ਅਤੇ ਇਹ ਵਾਕਿਆ ਹੀ ਲਿਖੀ ਹੋਈ ਹੈ ਕਿ ਐਵੇਂ ਬੰਦਾ ਆਪਣੇ ਨਾਂ ਦੇ ਉੱਤੇ ਗੱਲ ਕਰੀ ਜਾ ਰਿਹਾ। ਅਤੇ ਜੇ ਤਾਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਹੋਵੇਗੀ, ਜੇ ਨਹੀਂ ਪੜ੍ਹਦੇ ਪਏ ਤਾਂ ਫਿਰ ਸਾਡੀ ਸਮਝ ਇੱਦਾਂ ਦੀ ਹੈ। ਸਤਿਗੁਰੂ ਕਹਿੰਦੇ ਫਿਰ ਸੱਚੀ ਬਾਣੀ ਦੀ ਥਾਂ ਦੇ ਉੱਤੇ ਬਹੁਤੀ ਵਾਰ ਤੁਸੀਂ ਕੱਚੀ ਬਾਣੀ ਹੀ ਪੜ੍ਹੀ ਜਾ ਰਹੇ ਜੀ। ਤੁਹਾਨੂੰ ਆਪਣੇ ਵੱਲੋਂ ਲੱਗੇਗਾ ਕਿ ਤੁਸੀਂ ਬਾਣੀ ਪੜ੍ਹਦੇ ਪਏ ਜੀ, ਪਰ ਉਹ ਤਾਂ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਹੀ ਨਹੀਂ। ਅਤੇ ਫਿਰ ਜੇ ਤੁਸੀਂ ਕਿਸੇ ਆਪਣੇ ਮਨ ਦੇ ਵਿੱਚ ਇੱਕ ਗੱਲ ਸੋਚ ਕੇ ਬੈਠੇ ਹੋਏ ਜੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਪਏ ਹਾਂ, ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗੇ ਵੀ ਇਹ ਪਾਠ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੈ ਹੀ ਨਹੀਂ, ਫਿਰ ਤੁਹਾਨੂੰ ਕੀ ਫੀਲ ਹੋਵੇਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਤੁਹਾਨੂੰ ਆਪਣੇ ਆਪ ਹੀ ਲੋਕਾਂ ਨੇ ਆਪਣੇ ਵਾਲੇ ਪਿੱਛੇ ਜਿਹੜਾ ਪਾਸੇ ਹੈ ਉਹ ਪਿੱਛੇ ਲਾ ਲਿਆ। ਇਸ ਕਰਕੇ ਮੈਂ ਵਾਰ-ਵਾਰ ਇਸ ਗੱਲ ਦੀ ਬੇਨਤੀ ਕਰਦਾ ਹਾਂ, ਪੰਥ ਵਾਰ-ਵਾਰ ਇਸ ਗੱਲ ਦੀ ਬੇਨਤੀ ਕਰਦਾ ਹੈ। ਜ਼ਰੂਰੀ ਨਹੀਂ ਵੀ ਤੁਸੀਂ ਇੱਦਾਂ ਸਮਝੋ ਵੀ ਅਸੀਂ 3-4 ਘੰਟੇ 8 ਘੰਟੇ ਇਸ ਪਾਸੇ ਲਾਉਣੇ ਨੇ, ਉਹ ਜ਼ਰੂਰੀ ਨੇ ਜਦੋਂ ਅੱਗੇ ਜਾ ਕੇ ਲੱਗਣਗੇ।
पर घटो घट दिन दे विच मैं कल भी बेनती की सी, बड़े चैनल ने बड़ा कुछ है, असीं इंना कुछ होर सुणदे रहिंदे आ। घटो घट गुरबाणी सुणन की आदत पा लई, घटो घट सानूं इन्ना पता होवे। भाई कान सिंह नाभा एक गल नूं कहिंदे हुंदे ने, क्योंकि जे साडी बाणी दे उत्ते पकड़ नहीं है, जे सिख हो के सानूं बाणी दी समझ नहीं है, गुरु ग्रंथ साहिब दा पाठ नहीं असीं कर सकदे, तो फिर सानूं कोई किदां कह सकदा भी साडा गुरु दे नाल कोई नाता है। भी गुरु दे नाल साडा नाता जिहड़ा वो चादरां वेखण दा, भी गुरुद्वारे चादरां बड़ियां सोहणियां विछीਆਂ ਹੁੰਦੀਆਂ ने। मैं कई बार कहना इस गल भी गुरुद्वारे तुसीं वेख के जां मैं वेख के जां कोई तीसरा बंदा आया वो वेख जावे भी गुरुद्वारे झूमर बड़े सोहणे लगे ने, गुरुद्वारे रुमाला बड़ा सोहना लगदा है, भी सिख दा संबंध इन्हां चीज़ां दे नाल है, सिख दा संबंध फिर भी बाणी दे नाल है। किन्नी कि सानूं गुरबाणी दी समझ है, किन्ने शब्द सानूं गुरबाणी दे याद ने। मैं ये नहीं कहता भी असीं किते टैसट देण जाना भी असीं सुणाउणे ने जाके, वो घटो घट अपने लिए तो सानूं पता होने चाहिए ने। ये ना होवे कि जिहड़ा आवे सानूं गल्लां दे नाल ला के तुर पवे जी गुरु ग्रंथ साहिब 'च लिखिआ तो उत्थे भावें लिखिआ ही ना होवे। बड़ियां गल्लां ने इदां दियां, मैं आप जी दे अगे रख देवां। भाई कान सिंह नाभा कहते ने सिख दा जिहड़ा गुरबाणी दे उत्ते पकड़ होनी चाहिए है। मैं बेनती की सी कल भी, कीर्तन करना आउंदा है नहीं करना आउंदा वो जरूरी नहीं है। आवे वधिया गल है, जरूरी नहीं भी सारिਆਂ ਨੂੰ वाजा वजाउणा आउंदा होवेगा, दिलरुबा वजाउणा आउंदा होवेगा। आम जदों असीं उदां बोलदे हाँ तो असीं उदों भी कीर्तन कर लैंदे हाँ। जरूरी नहीं सारिਆਂ ਨੂੰ कथा करनी आउंदी होवेगी। ये मैं इस करके नहीं कह रहा कि मैं करदा हाँ, तुसीं करो जी सदके करो, कोई दिक्कत नहीं। पर जरूरी नहीं भी सारिਆਂ ਨੂੰ कथा करनी आउंदी होवे, जरूरी नहीं सारिਆਂ ਨੂੰ कीर्तन करना आउंदा हो। पर एक गल पक्की है, ये जरूरी है भी सारिਆਂ ਨੂੰ पाठ करना आउणा चाहिए। ये जरूरी है। जदों तुहानूं पाठ करना आउंदा होवेगा असीं अपने आप ही विचों परे हो जावांगे। जे तुहानूं पाठ ही नहीं करना आउंदा तुसीं फिर लभोगे सानूं आके सब तो पहला। मैं इस करके कहना हाँ, अपना पाठ आप, अपने ਲਈ पाठ आप, एक दूसरे ਲਈ अरदास करो। जरूरी थोड़ा भी असीं करनियां ने, एक दूसरे ਲਈ करो, अपनी अरदास करो, जिद्दां भी करना है। पर पहली जिहड़ी पौड़ी है वो ये आ भी तुहानूं बाणी पढ़नी आउणी चाहिदी है। महाराज कहंदे जे बाणी नहीं पढ़नी आउंदी तो तुहानूं कोई गलत चीज़ां भी गुरु नानक के नाम के उत्ते दे सकदा भी आह वेखो जी गुरु नानक साहब ने इदां लिखिआ, तो असीं मन लवांगे क्योंकि असीं बाणी पढ़ी नहीं। भाई गुरदास साहब कहते ने सिख दा भाई गुरदास साहब हाँ जी कहते सिख दा सुभाਅ जिहड़ा ना वो इदां दा होना चाहिए जैसे अनचर नर पत की पछाने भाखा, बोलत बचन खिन बूझै बिन देख ही। जिहड़े ट्रांसलेटर आउंदे ने ना, हुण तो चलो इंग्लिश लैंगुएज है लगभग इंटरनेशनल लैंगुएज बनती जा रही है, तो इत्थे तो सानूं फिर भी लगभग बोलनी समझनी आ जाती है। तुसीं रशियन कंट्रीज़ वेख लो जां जिहड़ियां चाइनीज़ कंट्रीज़ ने, उन्हां दे नेता कित्थे इन्नी इंग्लिश बोलते पे ने। उन्हां ने जिथे भी जाना है अपने नाल उन्हां ने दुभाषीआ लैके जाना हुंदा है। वो इंटरप्रेट का काम करता भी जो वो बोली दे विच गल होवेगी वो उस बोली नूं बदल के दसेगा अपने मंत्री नूं। वो दुभाषीआ हुंदा है, उन्होंने दोवां भाषावां का ज्ञान हुंदा है भी जिहदे नाल मैं गल करनी, जे वो अंग्रेजी च गल करदा पिया तो दूसरे पासे जिहदे नाल मैं जिन्हों मैं गल दसणी आ उन्होंने किहड़ी बोली समझ आउंदी आ, उन्होंने दोवें बोलियां समझ आउंदियां हुंदियां ने। अजकल तो मशीनां भी ये काम करदियां ने। हुण भाई गुरदास साहब कहते भी जिहड़ा अनुचर हुंदा ना दुभाषीआ, दो राजियां दी आपस दे विच मीटिंग होनी होवे, हुण एक राजा इत्थों दा होवे ते एक होवे साउथ इंडिया दा, दोवां दी बोली नहीं मिलदी। तुसीं आपस दे विच बैठ के वेख लेना। हुण ते चलो क्योंकि गूगल जां इंटरनेट का जमाना तो इंग्लिश सानूं आ जाती है। जदों लोकां नूं इंग्लिश नहीं आउंदी तो साउथ इंडियन लोकां दे आम बंदियां दे नाल जाके, हालांकि उन्हां दी इंग्लिश साडे नालों तो चंगी है, उन्हां दे नाल जाके गल करनी होवे, इधरों किसी नूं साउथ इंडियन ना आउंदी होवे, उधरों किसी नूं अंग्रेजी ना आउंदी होवे, तो फिर दोवां दे पल्ले भावें ज्ञान जिन्ना मर्जी होवे दोवें गल नहीं कर सकते। उत्थे गल कर लई की चाहिदा है, एक विचला बंदा चाहिदा है जिन्होंने साउथ इंडियन भी आउंदी होवे ते जिन्होंने साडी बोली भी आउंदी होवे। इस करके तुसीं किते वेख लेना, दो राजे आपस दे विच कमरे दे विच बैठ के, दो लीडर दो मंत्री आपस दे विच कमरे 'च बैठ के मीटिंग करते पे ने, पर जिहड़ा अपने राजे की बोली समझण वाला हुंदा ना, उहदी बोली तो समझ जांदा भी हुण मेरा राजा जिहड़ा है वो बोलदा पिया है। जिद्दां साडे घरां दीयां आदतां हुंदियां ने, साडे घर दा मैंबर कोई भी सानूं फोन करदा है, उहदी हैलो सुन के सानूं पता लग जांदा भी फोन किन्ने चुक्किआ। सारिਆਂ ਦੇ ਨਾਲ इदां हुंदा साडे घरां दे विच। भाई गुरदास साहब कहते जिद्दां वो दुभाषीआ जिहड़ा है अपने राजे की बोली
ਉਹਨੂੰ ਵੇਖਣ ਤੋਂ ਬਿਨਾਂ ਹੀ ਸਮਝ ਲੈਂਦਾ, ਉਹਨੂੰ ਸੁਣ ਕੇ ਹੀ ਸਮਝ ਲੈਂਦਾ। ਸਿੱਖ ਦੀ ਪਕੜ ਬਾਣੀ ਦੇ ਉੱਤੇ ਇੱਦਾਂ ਹੋਣੀ ਚਾਹੀਦੀ ਆ ਵੀ ਦੂਰ ਵੀ ਕਿਤੇ ਸ਼ਬਦ ਚੱਲਦਾ ਪਿਆ ਹੋਵੇ ਨਾ, ਅਤੇ ਸਿੱਖ ਨੂੰ ਪਤਾ ਹੋਵੇ ਵੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਿਆ ਜਾ ਰਿਹਾ ਕਿ ਕਿਤੇ ਹੋਰ ਹੀ ਕੋਈ ਪੜ੍ਹੀ ਜਾ ਰਿਹਾ। ਜੈਸੇ ਅਨਚਰ ਨਰ ਪਤ ਕੀ ਪਛਾਨੈ ਭਾਖਾ, ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ। ਫਿਰ ਉਹਨਾਂ ਨੇ ਅਗਲੀ ਗੱਲ ਕਹੀ ਹੈ, ਜੈਸੇ ਜੋਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ। ਗਹਿਣਿਆਂ ਦੀ ਪਹਿਚਾਣ ਜਿੰਨੀ ਜੋਹਰੀ ਨੂੰ ਹੈ ਉਨੀ ਸਾਨੂੰ ਤਾਂ ਨਹੀਂ ਹੈ। ਸਾਨੂੰ ਤਾਂ ਯਕੀਨ ਹੀ ਕਰਨਾ ਪੈਂਦਾ ਨਾ, ਉਹ ਜਦੋਂ ਕਹਿ ਦਿੰਦਾ ਵੀ ਹਾਂ ਮੈਂ ਤੁਹਾਨੂੰ ਸਰਟੀਫਿਕੇਟ ਦੇ ਰਿਹਾ ਹਾਂ, ਮੈਂ ਇਸ ਚੀਜ਼ ਦੀ ਅਥੋਰਿਟੀ ਲੈਂਦਾ ਹਾਂ ਵੀ ਇਹ ਸਾਰਾ ਕੁਝ ਓਰੀਜਨਲ ਹੈ। ਪਰ ਉਹਨੂੰ ਕਿੰਨੀ ਪਰਖ ਹੈ, ਉਹ ਕਿਸੇ ਵੇਲੇ ਚੀਜ਼ ਹੱਥ ਦੇ ਉੱਤੇ ਵੇਖਦਾ ਹੀ ਕਹਿ ਦਿੰਦਾ ਵੀ ਇਹ ਚੀਜ਼ ਸਹੀ ਨਹੀਂ। ਕਹਿੰਦੇ ਸਿੱਖ ਦੀ ਪਕੜ ਇੱਦਾਂ ਦੀ ਹੋਣੀ ਚਾਹੀਦੀ ਆ ਬਾਣੀ ਦੀ, ਵੀ ਉਹਦੇ ਸਾਹਮਣੇ ਕੋਈ ਗੁਰਬਾਣੀ ਦਾ ਸ਼ਬਦ ਆਵੇ ਅਤੇ ਸ਼ਬਦ ਨੂੰ ਵੇਖਦਿਆਂ ਹੀ ਉਹਨੂੰ ਪਤਾ ਲੱਗ ਜਾਵੇ ਵੀ ਇਹ ਗੁਰਬਾਣੀ ਦਾ ਸ਼ਬਦ ਹੈ ਕਿ ਨਹੀਂ। ਇਹ ਥੋੜ੍ਹਾ ਵੀ ਕੋਈ ਕੁਝ ਵੀ ਪੜ੍ਹ ਜਾਵੇ ਅਤੇ ਬੰਦਾ ਯਕੀਨ ਕਰ ਲਵੇ ਵੀ ਵਾਕਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਿਆ ਗਿਆ ਹੋਵੇ। ਜੈਸੇ ਜੋਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ। ਜੈਸੇ ਖੀਰ ਨੀਰ ਕੋ ਨਿਵਾਰੋ ਕਰ ਜਾਣੈ ਹੰਸ, ਰਾਖੀਐ ਮਿਲਾਏ ਭਿੰਨ ਭਿੰਨ ਕੈ ਸਰੇਖ ਹੀ। ਹੰਸ ਦੇ ਬਾਰੇ ਨਾ ਇੱਕ ਗੱਲ ਕਹੀ ਜਾਂਦੀ ਹੈ ਵੀ ਉਹਨੂੰ ਜੇ ਕਿਤੇ ਕਟੋਰੀ ਦੇ ਵਿੱਚ ਦੁੱਧ ਪਾ ਕੇ ਦਿੱਤਾ ਜਾਵੇ ਨਾ, ਅਤੇ ਉਹਦੇ ਵਿੱਚੋਂ ਪਾਣੀ ਅੱਡ ਕਰ ਦਿੰਦਾ ਹੈ, ਪਾਣੀ ਵੱਖ ਕਰ ਦਿੰਦਾ ਹੈ। ਉਹਦੀ ਚੁੰਝ ਦੇ ਵਿੱਚ ਕੁਦਰਤ ਵੱਲੋਂ ਇੱਕ ਇਹੋ ਜਿਹਾ ਗੁਣ ਹੈ, ਉਹ ਅੱਡ ਹੋ ਜਾਂਦਾ ਉਹਦੇ ਵਿੱਚ ਪਾਣੀ 'ਚ ਦੁੱਧ। ਕਹਿੰਦੇ ਸਿੱਖ ਦਾ ਸੁਭਾਅ ਇੱਦਾਂ ਦਾ ਹੋਣਾ ਚਾਹੀਦਾ ਹੈ ਵੀ ਉਹਦੇ ਸਾਹਮਣੇ ਦੋ ਸ਼ਬਦ ਗੁਰਬਾਣੀ ਦੇ ਪਏ ਹੋਣ ਅਤੇ ਉਹਨੂੰ ਪੁੱਛਿਆ ਜਾਵੇ ਵੀ ਭਾਈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਿਹੜਾ, ਅਤੇ ਉਹਨੂੰ ਪੜ੍ਹਦਿਆਂ ਹੀ ਪਤਾ ਲੱਗ ਜਾਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆ ਹੈ। ਇਹਦਾ ਮਤਲਬ ਇੰਨੀ ਪਕੜ ਤਾਂ ਹੋਣੀ ਚਾਹੀਦੀ ਹੈ। ਜਿੰਨੀ ਜੋਹਰੀ ਦੀ ਪਕੜ ਜਿਹੜੀ ਹੈ ਉਹ ਕਿਸੇ ਗਹਿਣੇ ਨੂੰ ਵੇਖਣ 'ਤੇ ਹੈ, ਜਿੰਨੀ ਹੰਸ ਦੀ ਪਕੜ ਜਿਹੜੀ ਹੈ ਉਹ ਦੁੱਧ ਅਤੇ ਪਾਣੀ ਨੂੰ ਅੱਡ ਕਰਨ ਦੇ ਉੱਤੇ ਹੈ, ਇੰਨੀ ਕੁ ਸਿੱਖ ਦੀ ਪਕੜ 'ਤੇ ਜਿਹੜੀ ਹੈ ਉਹ ਗੁਰਬਾਣੀ ਦੇ ਸ਼ਬਦਾਂ 'ਤੇ ਹੋਣੀ ਚਾਹੀਦੀ ਹੈ। ਤੈਸੇ ਗੁਰ ਸ਼ਬਦ ਸੁਨਤ ਪਹਿਚਾਨੈ ਸਿੱਖ, ਆਨ ਬਾਣੀ ਕਿਰਤਮੀ ਨਾ ਗਣਤ ਹੈ ਲੇਖ ਹੀ। ਕਹਿੰਦੇ ਇੱਦਾਂ ਸਿੱਖ ਜਿਹੜਾ ਨਾ ਉਸ ਸ਼ਬਦ ਨੂੰ ਸੁਣਦਿਆਂ ਹੀ ਉਹਨੂੰ ਪਤਾ ਲੱਗ ਜਾਵੇ ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਸ਼ਬਦ ਪੜ੍ਹਿਆ ਗਿਆ ਹੈ। ਹੋਰ ਕੀ ਬਾਣੀ ਉਹਦੇ ਲਾਗੇ ਆ ਕੇ ਕੋਈ ਗੱਲ ਵੀ ਕਰਦਾ ਰਹੇ ਉਹਦੇ ਵੱਲ ਤੇ ਕੰਨ ਵੀ ਨਾ ਕਰੇ। ਇਹ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ। ਹੁਣ ਮੈਂ ਦੁਹਰਾ ਦੇਵਾਂ, ਦੇਖੋ ਜਦੋਂ ਅਸੀਂ ਇਹ ਨਹੀਂ ਕਿ ਮੈਂ ਇਸ ਗੱਲ ਨੂੰ ਬੋਲਦਾ ਹਾਂ, ਗੁਰਬਾਣੀ ਦੇ ਉੱਤੇ ਸਾਡੀ ਪਕੜ ਕਿਵੇਂ ਦੀ ਹੋਣੀ ਚਾਹੀਦੀ ਹੈ। ਜੇ ਅਸੀਂ ਇਹ ਜ਼ਰੂਰੀ ਨਹੀਂ ਵੀ ਅਸੀਂ ਲੋਕਾਂ ਨੂੰ ਸੁਣਾਉਣਾ ਹੈ, ਸਾਡੀ ਤਾਂ ਵੀ ਪਕੜ ਗੁਰਬਾਣੀ ਦੇ ਉੱਤੇ ਇੰਨੀ ਹੋਣੀ ਚਾਹੀਦੀ ਹੈ। ਸਾਡੇ ਆਪਣੇ ਸਮਝਣ ਦੇ ਲਈ ਵੀ ਇੰਨੀ ਸਾਡੀ ਪਕੜ ਹੋਣੀ ਚਾਹੀਦੀ ਹੈ। ਮੈਂ ਰਾਤੀ ਇਸ ਗੱਲ ਦੀ ਬੇਨਤੀ ਕੀਤੀ ਸੀ ਕਿ ਵੇਖੋ ਭਗਤ ਪੂਰਨ ਸਿੰਘ ਦੀ ਮਾਂ ਨੇ, ਉਹਨੇ ਕਿਹੜਾ ਵੀ ਜਾ ਕੇ ਦੁਨੀਆ ਨੂੰ ਸੁਣਾਉਣਾ ਸੀ ਵੀ ਮੈਨੂੰ ਜਪਜੀ ਸਾਹਿਬ ਪੜ੍ਹਨਾ ਨਹੀਂ ਸੀ ਆਉਂਦਾ, ਪਰ ਮੈਂ ਸੁਣ ਕੇ ਯਾਦ ਕਰ ਲਿਆ। ਇਹਨੂੰ ਆਪਣੀ ਲੋੜ ਬਣਾਉਣਾ ਹੈ ਵੀ ਆਪਣੇ ਲਈ ਅਸੀਂ ਕਰਨਾ ਹੈ। ਉਦਾਹਰਣ ਆਪ ਜੀ ਦੇ ਅੱਗੇ ਰੱਖ ਦੇਵਾਂ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਜੇ, ਸੋਦਰ ਦਾ ਪਾਠ ਕਰਦੇ ਜੇ, ਅਸੀਂ ਕੋਈ ਪੰਕਤੀ ਵਿਚਾਰ ਕਰਦੇ ਹਾਂ, ਕੀਰਤਨ ਕਰਦੇ ਹਾਂ, ਜਦੋਂ ਸੋਦਰ ਦੇ ਵਿੱਚੋਂ ਕੋਈ ਪੰਕਤੀ ਬੋਲੀ ਜਾਂਦੀ ਹੈ, ਜਪਜੀ ਸਾਹਿਬ ਦੇ ਵਿੱਚੋਂ ਬੋਲੀ ਜਾਂਦੀ ਹੈ, ਸੁਖਮਨੀ ਸਾਹਿਬ 'ਚੋਂ ਬੋਲੀ ਜਾਂਦੀ ਹੈ, ਤੁਹਾਨੂੰ ਵੇਖੋ ਉਸੇ ਵੇਲੇ ਪਤਾ ਲੱਗ ਜਾਂਦਾ। ਕਿਸੇ ਵੇਲੇ ਅਸੀਂ ਗਲਤ ਵੀ ਬੋਲ ਦਈਏ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਗਲਤ ਬੋਲ ਦਿੱਤੀ ਹੈ, ਪੰਕਤੀ ਇੱਦਾਂ ਨਹੀਂ ਹੈ। ਮੈਂ ਨਹੀਂ ਕਹਿੰਦਾ ਵੀ ਅਸੀਂ ਰੱਬ ਹਾਂ ਵੀ ਅਸੀਂ ਕਦੀ ਗਲਤ ਹੁੰਦੇ ਹੀ ਨਹੀਂ। ਤੁਸੀਂ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਨ ਵਾਲੇ ਜੇ, ਅਤੇ ਤੁਸੀਂ ਵੇਖੋ ਜੇ ਕਿਤੇ ਸਾਡੇ ਕੋਲੋਂ ਕੁਝ ਗਲਤ ਹੋ ਗਿਆ ਤੁਸੀਂ ਸਹੀ ਕਰ ਦੇਵੋਗੇ। ਅਤੇ ਇਹ 4-5 ਬਾਣੀਆਂ ਤਾਂ ਇੱਦਾਂ ਦੀਆਂ ਨੇ, ਮੈਨੂੰ ਭੁਲੇਖਾ ਲੱਗ ਜਾਏ ਮੈਂ ਸੰਗਤ ਨੂੰ ਕਹਿ ਦਿੰਦਾ ਵੀ ਤੁਸੀਂ ਦੱਸੋ, ਕਿਉਂਕਿ ਸੰਗਤ ਨੂੰ ਪਤਾ ਹੈ, ਯਾਦ ਹੈ। ਪਰ ਹੁਣ ਸੁਖਮਨੀ ਸਾਹਿਬ ਦੇ ਵਿੱਚੋਂ ਕੁਝ ਗਲਤ ਕੋਈ ਗੱਲ ਬੋਲੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਇਹ ਗੱਲ ਲਿਖੀ ਨਹੀਂ ਹੈ, ਇਹ ਗਲਤ ਬੋਲ ਦਿੱਤੀ ਹੈ। ਪਰ ਜੇ ਤੁਹਾਨੂੰ ਕੋਈ ਇਹ ਕਹਿ ਦੇਵੇ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਦਾਂ ਲਿਖਿਆ, ਤਾਂ ਸਾਨੂੰ ਬਾਕੀ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਬਹੁਤਾ ਪਤਾ ਹੀ ਨਹੀਂ ਫਿਰ। ਅਤੇ ਫਿਰ ਜਿੱਦਾਂ ਦੀ ਗੱਲ ਕਰ ਗਿਆ ਅਸੀਂ ਮੰਨ ਗਏ। ਹਾਲਾਂਕਿ ਚਲੋ ਇੱਥੇ ਤਾਂ ਟੀ ਵੀ 'ਤੇ ਪ੍ਰਮਾਣ ਲਿਖੇ ਆ ਜਾਂਦੇ ਨੇ, ਸਕਰੀਨ ਦੇ ਉੱਤੇ ਨਾਲੇ ਸ਼ਬਦ ਲਿਖਿਆ ਆ ਜਾਂਦਾ, ਥੋੜ੍ਹਾ ਬਹੁਤਾ ਸ਼ਬਦ ਅੱਗੇ ਪਿੱਛੇ ਵੀ ਹੋ ਜਾਵੇ। ਇਹ ਤਾਂ ਥੋੜ੍ਹਾ ਬਹੁਤਾ ਅੱਗੇ ਪਿੱਛੇ ਹੋਣ ਵਾਲੀ ਗੱਲ ਹੈ। ਜਿਹੜੇ ਵਿੱਚ ਹੈ ਹੀ ਨਹੀਂ, ਪੰਕਤੀਆਂ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਉਹ ਪੰਕਤੀਆਂ ਕਹਿ ਦੇਣ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਨੇ, ਤਾਂ ਉਹ ਤਾਂ ਫਿਰ ਸਾਡੀ ਪਕੜ ਦੀ ਗੱਲ ਹੈ ਨਾ ਵੀ ਸਾਨੂੰ ਗੁਰਬਾਣੀ ਦੇ ਬਾਰੇ ਕਿੰਨੀ ਕੁ ਸਮਝ ਹੈ। ਦਾਤਾਰ ਉਹ ਕਹਿ ਰਹੇ ਨੇ ਭਾਈ, ਸਤਿਗੁਰੂ ਦੀ ਬਾਣੀ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਿਨਾਂ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਜਿੰਨੀਆਂ ਵੀ ਬਾਣੀਆਂ ਨੇ ਨਾ, ਹੋਰ ਜਿੰਨੀਆਂ ਵੀ ਚੀਜ਼ਾਂ ਨੇ ਉਹ ਕੱਚੀਆਂ ਨੇ, ਉਹ ਆਨੰਦ ਨਹੀਂ ਲਿਆ ਸਕਦੀਆਂ ਜ਼ਿੰਦਗੀ ਦੇ ਵਿੱਚ। ਇੱਕ ਹੋਰ ਗੱਲ ਕਹਿ ਦੇਵਾਂ, ਕੱਚੇ ਦਾ ਤੁਹਾਨੂੰ ਵੀ ਤਾਂ ਪਤਾ ਹੀ ਹੈ, ਪੱਕਾ ਫਲ ਖਾਓਗੇ ਤਾਂ ਫਾਇਦਾ ਹੈ, ਕੱਚਾ ਫਲ ਖਾ ਲਓਗੇ ਤਾਂ ਕੀ ਬਣਦਾ ਜ਼ਿੰਦਗੀ ਦੇ ਵਿੱਚ।
ਰੋਗ ਜ਼ਿਆਦਾ ਵੱਧ ਜਾਂਦਾ ਹੈ। ਪੱਕੀ ਰੋਟੀ ਖਾਵਾਂਗੇ ਫਾਇਦਾ ਹੈ, ਕੱਚੀ ਰੋਟੀ ਖਾਵਾਂਗੇ ਤਾਂ ਬਿਮਾਰੀ ਹੈ। ਜੋ ਚੀਜ਼ ਗੁਣ ਵਾਲੀ ਹੈ, ਜੇ ਉਸ ਗੁਣ ਵਾਲੀ ਚੀਜ਼ ਨੂੰ ਅਸੀਂ ਨਹੀਂ ਲੈ ਕੇ ਆ ਰਹੇ ਜ਼ਿੰਦਗੀ ਦੇ ਵਿੱਚ, ਤੇ ਉਹਦੀ ਥਾਂ 'ਤੇ ਹੋਰ ਕੰਮ ਚਲਾਊ ਚੀਜ਼ਾਂ ਕਰਦੇ ਪਏ ਹਾਂ। ਮਹਾਰਾਜ ਕਹਿੰਦੇ ਉਹ ਕੱਚੀਆਂ ਨੇ, ਤੁਹਾਨੂੰ ਆਨੰਦ ਨਹੀਂ ਕਦੀ ਦੇ ਸਕਦੀਆਂ। ਅਸੀਂ ਜੋ ਸੁਣਦੇ ਹਾਂ, ਹੁਣ ਇੱਥੋਂ ਦੂਸਰਾ ਪਾਸਾ ਲੈ ਕੇ ਚੱਲੀਏ। ਇੱਕ ਤਾਂ ਅਸੀਂ ਇਸ ਪਾਸੇ ਨੂੰ ਵਿਚਾਰਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਿਨਾਂ ਬਾਕੀ ਜਿਹੜੀ ਸਾਨੂੰ ਕਿਤੇ ਕੋਈ ਕੋਸ਼ਿਸ਼ ਕਰੇ ਇਸ ਗੱਲ ਦੀ ਵੀ ਆਹ ਜਿਹੜੀ ਬਾਣੀ ਹੈ ਸਿੱਖਾਂ ਨੂੰ ਸਿੱਖੋ, ਤੁਸੀਂ ਪੜ੍ਹੋ, ਅਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇ ਹੀ ਨਾ, ਉਹ ਸਾਡਾ ਪੜ੍ਹਨ ਦਾ ਵਿਧਾਨ ਨਹੀਂ ਹੈ। ਆਪ ਜੀ 3 ਚੀਜ਼ਾਂ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 3 ਚੀਜ਼ਾਂ ਦਾ ਕੀਰਤਨ ਕੀਤਾ ਜਾਂਦਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ, ਇੱਕ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦਾ, ਇੱਕ ਭਾਈ ਨੰਦ ਲਾਲ ਜੀ ਦੀ ਜਿਹੜੀ ਰਚਨਾ ਹੈ। ਇਹ 3 ਚੀਜ਼ਾਂ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕੀਤਾ ਜਾਂਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ, ਕਿਉਂਕਿ ਭਾਈ ਗੁਰਦਾਸ ਸਾਹਿਬ ਨੂੰ ਸੁਣੋਗੇ ਤਾਂ ਗੁਰਬਾਣੀ ਦੀ ਉਹਨਾਂ ਵਿਆਖਿਆ ਕੀਤੀ ਹੋਈ ਹੈ। ਗੁਰੂ ਸਾਹਿਬਾਨ ਦੇ ਵੱਲੋਂ, ਪੰਥ ਦੇ ਵੱਲੋਂ ਸਾਨੂੰ ਇਹ ਵਿਧਾਨ ਹੈ ਕਿ ਉਹਨਾਂ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ ਗੁਰਦੁਆਰੇ ਦੇ ਅੰਦਰ। ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ। ਇਹ ਟਰੈਂਡ ਬਹੁਤ ਘਟ ਗਿਆ ਸਾਡੇ ਵਿੱਚੋਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕੀਰਤਨ ਠੀਕ ਹੈ, ਹੋਣਾ ਚਾਹੀਦਾ ਹੈ, ਵਧੀਆ ਗੱਲ ਹੈ, ਪਰ ਭਾਈ ਗੁਰਦਾਸ ਸਾਹਿਬ ਲਗਭਗ ਹੁਣ ਰਾਗੀ ਸਿੰਘ ਬਹੁਤ ਘੱਟ ਨੇ, ਕਿਤੇ ਭਾਈ ਗੁਰਦਾਸ ਸਾਹਿਬ ਦੀ ਕੋਈ ਵਾਰ ਪੜ੍ਹ ਦੇਣਗੇ ਅਤੇ ਨਹੀਂ ਪੜ੍ਹਦੇ। ਅਤੇ ਭਾਈ ਨੰਦ ਲਾਲ, ਕਿਉਂਕਿ ਬਹੁਤੀਆਂ ਰਚਨਾਵਾਂ ਉਹਨਾਂ ਦੀਆਂ ਫਾਰਸੀ ਦੇ ਵਿੱਚ ਨੇ, ਨਾ ਸਾਨੂੰ ਫਾਰਸੀ ਆਉਂਦੀ, ਨਾ ਸਾਨੂੰ ਫਾਰਸੀ ਸਮਝ ਆਉਂਦੀ, ਅਤੇ ਸਾਡੇ ਨਾਲ ਕੀ ਹੋਇਆ, ਭਾਈ ਨੰਦ ਲਾਲ ਸਾਡੀ ਰਚਨਾ ਦੇ ਵਿੱਚੋਂ ਐਬਸੈਂਟ ਹੀ ਹੋ ਗਏ। ਸਾਡੀਆਂ ਕਥਾ ਦੇ ਵਿੱਚੋਂ ਭਾਈ ਨੰਦ ਲਾਲ ਪਰੇ ਚਲੇ ਗਏ। ਅਤੇ ਮੈਂ ਇਹ ਵੀ ਕਹਿੰਦਾ ਹਾਂ, ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਪਾਸੇ ਦੀ ਅਜੇ ਮਿਹਨਤ ਕਰਦਾ ਪਿਆ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਅੱਗੇ ਹਾਂ, ਪਰ ਮੈਂ ਇਹ ਕਹਿ ਦੇਵਾਂ, ਜਿਸ ਬੰਦੇ ਨੇ ਪਿਆਰ ਸਿੱਖਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ, ਉਹਨੂੰ ਭਾਈ ਨੰਦ ਲਾਲ ਸਾਹਿਬ ਨੂੰ ਪੜ੍ਹਨਾ ਹੀ ਪਵੇਗਾ। ਅਤੇ ਜਦੋਂ ਕਥਾ ਦੇ ਵਿੱਚੋਂ ਭਾਈ ਨੰਦ ਲਾਲ ਮਾਈਨਸ ਹੋ ਗਏ, ਅਤੇ ਤੁਹਾਨੂੰ ਪਿਆਰ ਦੀਆਂ ਗੱਲਾਂ ਕੌਣ ਸੁਣਾਵੇਗਾ? ਫਿਰ ਇੱਕ ਦੂਜੇ ਨੂੰ ਮਿਹਣੇ ਮਾਰੇ ਜਾਂਦੇ ਨੇ ਕਥਾ ਦੇ ਵਿੱਚ ਵੀ ਉਹ ਇੱਦਾਂ ਕਰੀ ਜਾਂਦੇ ਨੇ, ਆਹ ਇੱਦਾਂ ਕਰੀ ਜਾਂਦੇ ਨੇ। ਇਹ 3 ਚੀਜ਼ਾਂ ਦਾ ਕੀਰਤਨ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ, ਅਤੇ ਭਾਈ ਨੰਦ ਲਾਲ ਜੀ ਨੇ ਜੋ ਰਚਿਆ ਹੈ ਉਹਨਾਂ ਦਾ ਕੀਰਤਨ ਹੋ ਸਕਦਾ ਹੈ। ਹੁਣ ਅਗਲੀ ਗੱਲ, ਅਸੀਂ ਜੋ ਸੁਣਦੇ ਹਾਂ ਉਸ ਸੁਣੇ ਦਾ ਸਾਡੇ ਉੱਤੇ ਅਸਰ ਹੁੰਦਾ ਹੈ। ਸਤਿਗੁਰੂ ਕਹਿ ਰਹੇ ਨੇ ਨਾ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਿ ਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਜਿਹੜੀਆਂ ਰਚਨਾਵਾਂ ਨੇ ਉਹ ਕੱਚੀਆਂ ਨੇ। ਅਤੇ ਇਹਦਾ ਮਤਲਬ ਇਹ ਹੈ ਵੀ ਜੇ ਅਸੀਂ ਉਸ ਕੱਚੀ ਰਚਨਾ ਨੂੰ ਸੁਣਦੇ ਹਾਂ ਤਾਂ ਕੀ ਸਾਡੇ ਉੱਤੇ ਅਸਰ ਕਿੰਨਾ ਕੁ ਹੁੰਦਾ ਹੈ ਉਹਦਾ। ਇਹ ਵੈਸੇ ਮਨੋਵਿਗਿਆਨ ਦੀ ਸੱਚਾਈ ਹੈ। ਤੁਸੀਂ ਜੋ ਸੁਣਦੇ ਜੇ ਉਹੋ ਜਿਹੇ ਖਿਆਲ ਤੁਹਾਡੇ ਅੰਦਰ ਬਣਦੇ ਰਹਿੰਦੇ। ਮੈਂ ਜੋ ਸੁਣਦਾ ਹਾਂ ਨਾ ਉਹੋ ਜਿਹੇ ਖਿਆਲ ਮੇਰੇ ਅੰਦਰ ਬਣਦੇ ਰਹਿੰਦੇ ਨੇ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛ ਕੇ ਵੇਖ ਲਓ, ਸਤਿਗੁਰੂ ਕਹਿੰਦੇ ਤੁਸੀਂ ਸੁਣਦੇ ਜੇ, ਤੁਸੀਂ ਸੁਣ ਕੇ ਸਿੱਧ ਵੀ ਬਣ ਸਕਦੇ ਜੀ। ਤੁਸੀਂ ਸੁਣਦੇ ਜੇ ਤਾਂ ਸੁਣ ਕੇ ਪੀਰ ਵੀ ਬਣ ਸਕਦੇ ਜੇ, ਤੁਸੀਂ ਸੁਣ ਕੇ ਨਾਥ ਵੀ ਬਣ ਸਕਦੇ ਜੇ। ਪਰ ਇਹ ਵੀ ਨਾਲ ਮੈਂ ਕਹਿ ਦੇਵਾਂ, ਅਸੀਂ ਸੁਣਦੇ ਹਾਂ ਅਤੇ ਸੁਣ ਕੇ ਠੱਗ ਵੀ ਬਣ ਸਕਦੇ ਹਾਂ, ਸੁਣ ਕੇ ਚੋਰ ਵੀ ਬਣ ਸਕਦੇ ਹਾਂ, ਸੁਣ ਕੇ ਧੋਖੇਬਾਜ਼ ਵੀ ਬਣ ਸਕਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਨਾ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੇ ਨਾਮ ਨੂੰ ਸੁਣ ਲਿਆ ਜਾਵੇ ਨਾ ਤਾਂ ਬੰਦਾ ਸਿੱਧ ਵੀ ਹੋ ਜਾਂਦਾ ਹੈ। ਜੰਮਦਾ ਬੱਚਾ ਕਿੱਥੇ ਚੋਰੀ ਕਰਦਾ? ਉਹ ਪਹਿਲਾਂ ਕੀ ਕਰਦਾ, ਉਹ ਸੁਣਦਾ ਵੀ ਚੋਰੀ ਇੱਦਾਂ ਕਰੀਦੀ ਹੈ, ਫਿਰ ਹੌਲੀ ਹੌਲੀ ਵੇਖ ਵੀ ਲੈਂਦਾ ਵੀ ਚੋਰੀ ਇੱਦਾਂ ਕਰੀਦੀ ਹੈ। ਉਹਨੇ ਬਸ ਉਹਦੇ ਸੁਣੇ ਦਾ ਹੀ ਅਸਰ ਹੋ ਗਿਆ ਉਹਦੇ ਉੱਤੇ। ਅਸੀਂ ਜੋ ਸੁਣਾਂਗੇ ਉਹਦਾ ਅਸਰ ਸਾਡੇ ਉੱਤੇ ਹੁੰਦਾ। ਇਹਨੂੰ ਆਪਣੇ ਪ੍ਰੈਕਟੀਕਲ ਦੇ ਵਿੱਚ ਕਰਕੇ ਵੇਖ ਲੈਣਾ। ਤੁਸੀਂ ਇੱਕ ਗੀਤ 5 ਮਿੰਟ ਲਈ ਸੁਣਦੇ ਜੇ ਨਾ, ਅਤੇ ਬਾਅਦ ਦੇ ਵਿੱਚ ਤੁਹਾਡੇ ਬੁੱਲ ਆਪਣੇ ਆਪ ਹੀ ਚੱਲਣ ਲੱਗ ਪੈਂਦੇ ਨੇ ਉਹਦੇ ਨਾਲ। ਇਹ ਸਿਰਫ ਗੀਤ ਦੇ ਉੱਤੇ ਗੱਲ ਨਹੀਂ ਢੁਕਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਸੁਣੋਗੇ, ਤੁਹਾਡਾ ਆਪਣੇ ਆਪ ਹੀ ਉਹਦੇ ਨਾਲ ਲਿਪਸਿੰਗ ਹੋਣ ਲੱਗ ਪਵੇਗੀ। ਤੁਸੀਂ ਪਾਠ ਸੁਣੋਗੇ, ਤੁਸੀਂ ਆਪਣੇ ਆਪ ਹੀ ਉਹਦੇ ਨਾਲ ਪਾਠ ਕਰਨ ਲੱਗ ਪਵੋਗੇ। ਪਰ ਇਹ ਸੋਚੋ, ਇੱਕ ਗੀਤ ਸੁਣਦੇ ਹਾਂ ਤਾਂ ਸਾਰਾ ਦਿਨ ਸਾਡੀਆਂ ਕੰਨਾਂ ਦੇ ਵਿੱਚ ਘੁੰਮਦਾ ਰਹਿੰਦਾ, ਅਤੇ ਜੇ ਕਿਤੇ ਉਸ ਗੀਤ ਦੇ ਬੋਲ ਏਡੇ ਨਿਕੰਮੇ ਹੋਏ ਜਿੱਦਾਂ ਦੇ ਅੱਜ ਕੱਲ੍ਹ ਬਹੁਤੇ ਗੀਤ ਆ ਰਹੇ ਨੇ, ਅਸਰ ਕੋਈ ਫਾਇਦਾ ਨਹੀਂ ਉਹਨਾਂ ਬੋਲਾਂ ਨੂੰ। ਤੁਸੀਂ ਸੁਣੀ ਜਾਓਗੇ ਨਾ, ਕੁਝ ਨਹੀਂ ਫਾਇਦਾ ਹੋ ਰਿਹਾ। ਜਾਂ ਕਹੀਏ ਵੀ ਉਹਦੇ ਨਾਲ ਬੜੀ ਸਮਾਜ ਦੀ ਤਰੱਕੀ ਹੋ ਰਹੀ ਹੈ, ਕੁਝ ਬੜਾ ਸਾਨੂੰ ਫਾਇਦਾ ਮਿਲਦਾ ਪਿਆ ਵੀ ਸੁਣ ਕੇ ਚੰਗੇ ਬੋਲ ਅਸੀਂ ਕੁਝ ਸੁਣਦੇ ਪਏ ਹਾਂ, ਕੋਈ ਫਾਇਦਾ ਨਹੀਂ ਹੋ ਰਿਹਾ। ਪਰ ਪ੍ਰੋਬਲਮ ਪਤਾ ਕੀ ਹੈ, ਇੱਕ ਆਦਤ ਪਈ ਹੋਈ ਹੈ ਵੀ ਬਸ ਚੱਲਦੇ ਪਏ ਨੇ, ਭਾਵੇਂ ਨਿਕੰਮੇ ਤੋਂ ਨਿਕੰਮਾ ਵੀ ਕੰਨ ਦੇ ਅੱਗੇ ਆ ਜਾਵੇ ਅਸੀਂ ਸੁਣ ਲੈਣਾ ਹੈ ਬਸ। ਅੱਜ ਕੱਲ੍ਹ ਬਹੁਤਿਆਂ ਨੂੰ ਪੁੱਛ ਕੇ ਵੇਖੋ ਵੀ ਕੀ ਸੁਣਦੇ ਪਏ ਨੇ, ਕੋਈ ਮਤਲਬ ਨਹੀਂ ਵੀ ਕੀ ਸੁਣਦੇ ਪਏ।
ਬਸ ਕੰਨ ਦੇ ਵਿੱਚ ਲੱਗੇ ਹੋਏ ਨੇ ਹੈੱਡਫੋਨ 'ਤੇ ਸੁਣੀ ਜਾ ਰਹੇ ਨੇ। ਨਿਕੰਮੇ ਤੋਂ ਨਿਕੰਮੀ ਚੀਜ਼, ਬੇਕਾਰ ਤੋਂ ਬੇਕਾਰ ਚੀਜ਼ ਉਹਨਾਂ ਨੂੰ ਸੁਣਾ ਦਿਓ, ਅੱਖਾਂ ਮੀਟ ਕੇ ਸੁਣ ਲੈਂਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਚੰਗੇ ਸੁਣਨ ਵਾਲੇ ਹੈ ਨਹੀਂ ਨੇ, ਪਰ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ, ਅਸੀਂ ਜੋ ਵੀ ਸੁਣਦੇ ਪਏ ਹਾਂ ਉਹਦੇ ਨਾਲ ਸਾਡੇ ਅੰਦਰ ਅਸਰ ਹੋਣਾ ਹੈ, ਉਹਦੇ ਨਾਲ ਸਾਡੇ ਮਨ ਦੇ ਉੱਤੇ ਅਸਰ ਹੋਣਾ ਹੈ। ਅਤੇ ਜੇ ਅੱਜ ਕੱਲ੍ਹ ਦੇ ਬਹੁਤਿਆਂ ਨਿਕੰਮਿਆਂ ਨੂੰ ਸੁਣ ਲਵਾਂਗੇ, ਕੱਲ੍ਹ ਨੂੰ ਅਸੀਂ ਵੀ ਨਿਕੰਮੇ ਹੀ ਹੋ ਜਾਵਾਂਗੇ। ਇੰਨਾ ਕੁ ਫਰਕ ਅਸੀਂ ਸਮਝ ਕੇ ਚੱਲੀਏ, ਆਪਣੇ ਸੁਣਨ ਦੇ ਟੇਸਟ ਨੂੰ ਚੇਂਜ ਕਰੀਏ। ਸੁਣਨ ਦੇ ਟੇਸਟ ਨੂੰ ਤੁਸੀਂ ਮੇਰੇ ਨਾਲੋਂ ਤਾਂ ਵੈਸੇ ਘੱਟ ਹੀ ਸੁਣਦੇ ਹੋਵੋਗੇ, ਪਰ ਮੈਂ ਇਸ ਗੱਲ ਨੂੰ ਜ਼ਰੂਰ ਕਹਿ ਦੇਵਾਂ, ਇਹ ਮੈਂ ਗੀਤਾਂ ਦੀ ਗੱਲ ਨਹੀਂ ਕਰਦਾ ਵੀ ਤੁਸੀਂ ਮੇਰੇ ਨਾਲੋਂ ਘੱਟ ਸੁਣਦੇ ਜੇ, ਮੈਂ ਉੱਦਾਂ ਗੱਲ ਕਰਦਾ ਕਿਉਂਕਿ ਮੈਂ ਬਹੁਤ ਕੁਝ ਸੁਣਦਾ ਹਾਂ ਮੋਬਾਈਲ ਦੇ ਉੱਤੇ ਵੀ ਜਾਂ ਬਾਕੀਆਂ ਥਾਵਾਂ ਦੇ ਉੱਤੇ। ਪਰ ਮੈਂ ਇਹ ਨਾਲ ਕਹਿ ਦੇਵਾਂ, ਜੋ ਵੀ ਸੁਣਨਾ ਹੈ ਚੰਗਾ ਸੁਣੋ, ਨਿਕੰਮਾ ਨਾ ਸੁਣੋ। ਨਿਕੰਮਾ ਕੰਨ ਦੇ ਵਿੱਚ ਆ ਗਿਆ ਨਾ, ਉਹਨੂੰ ਪਰੇ ਕਰ ਦਿਓ ਵੀ ਇਹ ਮੇਰੇ ਸੁਣਨ ਦੀ ਗੱਲ ਨਹੀਂ ਹੈ, ਇਹ ਮੇਰੇ ਸੁਣਨ ਦਾ ਮਤਲਬ ਨਹੀਂ ਹੈ। ਇੱਦਾਂ ਦੀਆਂ ਵਾਰਾਂ ਨੇ। ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਮੈਂ ਇਸ ਗੱਲ ਨੂੰ ਕਹਿਣਾ, ਜ਼ਰੂਰੀ ਨਹੀਂ ਹੈ ਗੁਰਬਾਣੀ ਦੇ ਉੱਤੇ ਸਾਡੀ ਪਕੜ ਹੋਣੀ ਚਾਹੀਦੀ ਹੈ, ਪਰ ਕੁਝ ਗੱਲਾਂ ਇੱਦਾਂ ਦੀਆਂ ਨੇ ਜਿਨ੍ਹਾਂ ਦੀ ਗੁਰਬਾਣੀ ਦੇ ਵਿੱਚ ਜਦੋਂ ਗੱਲ ਨਹੀਂ ਨਾ ਕੀਤੀ ਗਈ, ਪਰ ਗੁਰਬਾਣੀ ਉਹਨਾਂ ਗੱਲਾਂ ਦੀ ਹਾਮੀ ਭਰਦੀ ਹੈ, ਜਿੱਦਾਂ ਬੀਰ ਰਸ ਦੀ ਗੱਲ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਤੁਸੀਂ ਸੁਣਿਆ ਨਾ ਇਸ ਗੱਲ ਨੂੰ ਵੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਾਰਾਂ ਸੁਣਦੇ ਨੇ। ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓਗੇ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਸਿੰਘ ਜਿਹੜੇ ਨੇ ਉਹ ਵਾਰਾਂ ਗਾ ਰਹੇ ਨੇ। ਉਹ ਕੀ ਸੁਣਾਉਂਦੇ ਨੇ? ਇਤਿਹਾਸ ਸੁਣਾਉਂਦੇ ਨੇ, ਉਹ ਵਾਰਾਂ ਸੁਣਾਉਂਦੇ ਨੇ। ਤੁਸੀਂ ਉਹਨਾਂ ਨੂੰ ਸੁਣੋਗੇ ਤਾਂ ਤੁਹਾਡੇ ਅੰਦਰ ਜੋਸ਼ ਪੈਦਾ ਹੋਵੇਗਾ, ਤੁਹਾਡੇ ਅੰਦਰ ਚੜ੍ਹਦੀ ਕਲਾ ਪੈਦਾ ਹੋਵੇਗੀ। ਇਹੋ ਜਿਹਾ ਤੁਸੀਂ ਸੁਣ ਲੈਣਾ ਚਾਹੀਦਾ ਹੈ। ਅਤੇ ਆਹ ਕਿੱਦਾਂ ਦੇ ਗੀਤ ਅਸੀਂ ਸੁਣਦੇ ਪਏ ਹਾਂ ਜਾਂ ਸਮਾਜ ਸੁਣਦਾ ਪਿਆ ਹੈ, ਜਿਹਦੇ ਵਿੱਚ ਸਿਰਫ ਇੱਕੋ ਹੀ ਵਿਸ਼ਾ ਰਹਿ ਗਿਆ ਹੈ, ਔਰਤ। ਵੀ ਇਹਦੀਆਂ ਅੱਖਾਂ ਇੱਦਾਂ, ਇਹਦੀਆਂ ਲੱਤਾਂ ਇੱਦਾਂ, ਇਹਦਾ ਸਿਰ ਇੱਦਾਂ, ਇਹਦਾ ਮੂੰਹ ਇੱਦਾਂ। ਮਤਲਬ ਵਿਸ਼ਾ ਜਿਹੜਾ ਹੈ ਉਹ ਔਰਤ ਤੋਂ ਪਰੇ ਨਹੀਂ ਹੋ ਰਿਹਾ। ਤੁਸੀਂ ਵੇਖ ਲੈਣਾ ਸਬਜੈਕਟ ਕੀ ਬਣਾ ਕੇ ਰੱਖ ਦਿੱਤਾ ਗੀਤਾਂ ਦਾ, ਸਿਰਫ ਔਰਤ। ਅਤੇ ਔਰਤਾਂ ਵੀ ਬੜੇ ਧਿਆਨ ਦੇ ਨਾਲ ਸੁਣਦੀਆਂ ਨੇ ਵੀ ਪਤਾ ਨਹੀਂ ਕੀ ਇਹਦੇ ਵਿੱਚੋਂ ਤੁਸੀਂ ਤੱਤ ਕੱਢ ਲੈਣਾ ਹੈ। ਕਿੰਨਾ ਚਸਕਾ ਹੈ ਇਹਨਾਂ ਚੀਜ਼ਾਂ ਨੂੰ ਸੁਣਨ ਦਾ, ਕਿੱਡਾ ਖਤਰਨਾਕ ਚਸਕਾ ਹੈ। ਮੈਂ ਫਿਰ ਦੁਹਰਾ ਦੇਵਾਂ, ਚੰਗਾ ਸੁਣੋ, ਪਰ ਸਤਿਗੁਰੂ ਕਹਿੰਦੇ ਜੋ ਤੁਸੀਂ ਸੁਣਦੇ ਪਏ ਜੇ ਇਹ ਨਾ ਕਰ ਸੋਚਿਓ ਵੀ ਤੁਹਾਡੇ ਉੱਤੇ ਅਸਰ ਨਹੀਂ ਹੋਵੇਗਾ। ਜੋ ਸੁਣਦੇ ਪਏ ਜੇ, ਚੰਗਾ ਸੁਣੋਗੇ, ਮਾੜਾ ਸੁਣੋਗੇ, ਤੁਹਾਡਾ ਸੁਭਾਅ ਉੱਦਾਂ ਦਾ ਬਣਾ ਦੇਣਗੇ ਗੀਤ, ਤੁਹਾਡਾ ਸੁਭਾਅ ਉੱਦਾਂ ਦਾ ਬਣਾ ਦੇਵੇਗਾ ਸ਼ਬਦ। ਮੈਂ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਆਪ ਜੀ ਦੇ ਅੱਗੇ ਰੱਖ ਦੇਵਾਂ, ਫਿਰ ਅਸੀਂ ਇਸ ਸ਼ਬਦ ਦੇ ਵੱਲ ਆਵਾਂਗੇ। ਹਜ਼ੂਰ ਕਹਿੰਦੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਪੁਰਾਣੇ ਟਾਈਮ ਦੇ ਵਿੱਚ ਨਾ ਜਿੰਨੀ ਕੁ ਗੱਲ ਮੈਂ ਜਾਣਦਾ ਹਾਂ, ਉਹਨਾਂ ਬੰਦਿਆਂ ਨੂੰ ਜੇ ਕਿਤੇ ਗਲਤ ਗੱਲ ਕੰਨ ਦੇ ਵਿੱਚ ਪੈ ਜਾਂਦੀ ਹੁੰਦੀ ਸੀ ਨਾ, ਤਾਂ ਉਹ ਉੱਠ ਕੇ ਚੱਲ ਜਾਂਦੇ ਹੁੰਦੇ ਸੀ ਵੀ ਇੱਥੇ ਬੜੀਆਂ ਨਿਕੰਮੀਆਂ ਗੱਲਾਂ ਹੁੰਦੀਆਂ, ਇੱਥੇ ਅਸੀਂ ਇਹੋ ਜਿਹੀਆਂ ਗੱਲਾਂ ਦੇ ਵਿੱਚ ਅਸੀਂ ਟਾਈਮ ਨਹੀਂ ਆਪਣਾ ਬਰਬਾਦ ਕਰਨਾ। ਅਤੇ ਤੁਸੀਂ ਅੱਜ ਕੱਲ੍ਹ ਵੇਖ ਲਓ, ਲੋਕ ਜ਼ਿਆਦਾ ਜਾ ਕੇ ਬਹਿੰਦੇ ਨੇ ਵੀ ਨਿਕੰਮੀਆਂ ਗੱਲਾਂ 'ਤੇ ਜਾ ਕੇ ਬੈਠੀ ਸਾਰਾ ਦਿਨ। ਮੈਂ ਵਾਰ-ਵਾਰ ਬੇਨਤੀ ਕਰਦਾ ਪਿਆ ਹਾਂ, ਜੇ ਤੁਸੀਂ ਦਿਨ ਦੇ ਵਿੱਚ 4 ਘੰਟੇ ਕੰਨ 'ਚ ਹੈੱਡਫੋਨ ਲਾ ਕੇ ਅਤੇ ਹੋਰ ਹੀ ਕੁਝ ਸੁਣੀ ਜਾ ਰਹੇ ਜੇ ਸਾਰਾ ਦਿਨ, ਅਤੇ ਦਿਨ ਦੇ ਵਿੱਚ ਤੁਹਾਨੂੰ ਤਾਂ 4 ਘੰਟੇ ਲੱਗਦੇ ਪਏ ਨੇ, ਹਫ਼ਤੇ ਦੇ ਵਿੱਚ ਵੇਖੋ 28 ਘੰਟੇ ਹੋ ਗਏ ਨੇ। 28 ਘੰਟੇ ਸਮਝ ਲਓ ਵੀ ਦਿਨ ਰਾਤ ਦੇ ਵਿੱਚੋਂ 24 ਘੰਟੇ ਕੱਢ ਕੇ ਅਤੇ 4 ਘੰਟੇ ਹੋਰ ਉੱਤੇ ਪਲੱਸ ਹੋ ਗਏ ਨੇ। ਅਤੇ ਇੰਨਾ ਕੁ ਤਾਂ ਨੋਰਮਲ ਹੀ ਆ, ਸਾਰਿਆਂ ਦੇ ਫੋਨ ਦੇ ਉੱਤੇ ਲਿਖਿਆ ਆ ਜਾਂਦਾ ਵੀ ਤੁਸੀਂ ਇੰਨੀ ਸਕਰੀਨ ਯੂਜ਼ ਕੀਤੀ ਹੈ ਅੱਜ ਸਾਰਿਆਂ 'ਤੇ, ਤੁਹਾਡੀ ਸਕਰੀਨ ਇੰਨਾ ਚਿਰ ਆਨ ਰਹੀ ਹੈ ਫੋਨ ਦੀ। ਪਰ ਸੁਣ ਕੇ ਤਾਂ ਬਣਦਾ ਕੀ ਪਿਆ ਹੈ? ਅੱਜ ਜਿੰਨਾ ਕਲਚਰ ਹੈ ਸਾਡੇ ਸਾਹਮਣੇ, ਸਾਡੇ ਸਮਾਜ ਦੇ ਵਿੱਚ, ਜਿਨ੍ਹਾਂ ਦੇ ਉੱਤੇ ਗਾਣਿਆਂ ਦਾ ਪ੍ਰਭਾਵ ਹੈ, ਉਹ ਕਿਹੋ ਜਿਹੇ ਕਰੈਕਟਰ ਪੈਦਾ ਹੋ ਰਹੇ ਨੇ ਸਾਡੇ ਵਿੱਚ, ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਨੂੰ। ਕੀ ਹੈ? ਸਾਰਾ ਦਿਨ ਕੰਨਾਂ 'ਚ ਹੈੱਡਫੋਨ ਨੇ। ਜ਼ਿੰਦਗੀ 'ਚ ਕੋਈ ਤਬਦੀਲੀ ਹੈ? ਕੋਈ ਬਦਲਾਅ ਨਹੀਂ, ਜ਼ਿੰਦਗੀ ਸਗੋਂ ਹੋਰ ਨਿਕੰਮੀ ਹੋਈ ਜਾ ਰਹੀ। ਆਪਣੇ ਸੁਣਨ ਦੀ ਆਦਤ ਨੂੰ ਬਦਲਣਾ। ਮਹਾਰਾਜ ਕਹਿੰਦੇ ਨੇ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਦਾਤਾਰ ਕਹਿੰਦੇ ਰੱਬ ਨਾਲੋਂ ਟੁੱਟੇ ਹੋਏ ਬੋਲ, ਜਿਹੜੇ ਬੋਲ ਬੋਲਣ ਦਾ ਅਤੇ ਸੁਣਨ ਦਾ ਕੋਈ ਆਨੰਦ ਨਹੀਂ, ਕੋਈ ਸਕੂਨ ਨਹੀਂ। ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰਿਓ ਉਹ ਬੋਲ ਮੇਰੇ ਕੰਨਾਂ 'ਚ ਨਾ ਪੈਣ। ਮੈਂ ਚਾਹੁੰਦਾ ਹੀ ਨਹੀਂ ਉਹ ਬੋਲ ਕੰਨਾਂ ਦੇ ਵਿੱਚ ਪੈਣ। ਕਿਉਂ? ਕਿਉਂਕਿ ਮੈਂ ਇਸ ਗੱਲ ਨੂੰ ਸੁਣਿਆ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇੱਕ ਵਾਰ ਕੋਸ਼ਿਸ਼ ਕਰਕੇ ਵੇਖਿਓ ਵੀ ਗੁਰਬਾਣੀ ਤੋਂ ਬਿਨਾਂ ਜਾਂ ਚੰਗੀਆਂ ਚੀਜ਼ਾਂ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਸੁਣਨਾ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਗਲਤ ਚੀਜ਼ਾਂ ਸੁਣਦੇ ਜੇ ਕਿਉਂਕਿ ਦੂਸਰੇ ਪਾਸੇ ਤੋਂ ਗੱਲ ਲੈ ਜਾਵੇ ਕੋਈ, ਨਹੀਂ। ਪਰ
ਜਦੋਂ ਕੋਈ ਮਾੜੀ ਚੀਜ਼ ਵੱਲ, ਆਪਣਾ ਗੀਤ ਵੱਲ ਕੋਈ ਸੁਣਾ ਰਿਹਾ ਵੀ ਆਹ ਗੀਤ ਸੁਣ, ਪਤਾ ਨਹੀਂ ਕਿੱਡੇ ਕੁ ਕਮਾਲ ਦੀ ਗੱਲ ਹੋਵੇਗੀ ਇਹਦੇ ਵਿੱਚ, ਤਾਂ ਗੱਲਾਂ ਵਿੱਚ ਫਿਰ ਉਹੀ ਹੋਣ ਵੀ ਬੀਬੀ ਨੂੰ ਕਦੀ ਇੱਦਾਂ ਕਹਿ ਦਿੱਤਾ, ਬੀਬੀ ਨੂੰ ਕਦੀ ਉੱਦਾਂ ਕਹਿ ਦਿੱਤਾ। ਉਹਦੇ ਵਿੱਚ ਕਿੱਡੇ ਕਮਾਲ ਦੀ ਗੱਲ ਹੈ ਵੀ ਅਸੀਂ ਉਹਨਾਂ ਨੂੰ ਸੁਣ ਸੁਣ ਕੇ ਮਜ਼ਾ ਲਈ ਜਾਂਦੇ ਹਾਂ। ਇੱਕ ਗੱਲ ਪੰਜਾਬੀ ਦੀ ਹੈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਤੁਸੀਂ ਵੀ ਚਾਹੇ ਉਹ ਸਾਡੀਆਂ ਫਿਲਮਾਂ ਨੇ ਇਹਦੇ ਵਿੱਚ, ਚਾਹੇ ਸਾਡੇ ਸਮਾਜ ਦੀਆਂ ਗੱਲਾਂ ਨੇ, ਵੇਖੋ ਕੀ ਬਦਲਾਅ ਆ ਗਿਆ ਸੁਣ ਸੁਣ ਕੇ ਸਾਡੇ ਵਿੱਚ। ਇੰਨੀ ਖੁੱਲ੍ਹ ਨਹੀਂ ਹੈ ਸਾਨੂੰ ਇਹਨਾਂ ਥਾਵਾਂ ਦੇ ਉੱਤੇ ਬੋਲਣ ਦੀ, ਪਰ ਤੁਸੀਂ ਪ੍ਰੈਕਟੀਕਲ ਦੇ ਵਿੱਚ ਵੇਖ ਲਿਓ। ਅੱਜ ਤੋਂ ਤੁਸੀਂ 20-25 ਸਾਲ ਪਹਿਲਾਂ ਦੀਆਂ ਗਾਣੇ ਦੀਆਂ ਪੰਕਤੀਆਂ ਜਾਂ ਤੁਸੀਂ ਕੋਈ ਆਮ ਚੀਜ਼ ਦੀਆਂ ਗੱਲਾਂ ਸੁਣੋਗੇ ਨਾ, ਅਤੇ ਉਹਨਾਂ ਦੇ ਵਿੱਚ ਤੁਹਾਨੂੰ, ਮੈਂ ਲਫ਼ਜ਼ ਵਰਤਦਾ ਹਾਂ, ਮੈਨੂੰ ਮਾफ़ ਕਰ ਦਿਓ, ਤੁਹਾਨੂੰ ਟੀਵੀ 'ਤੇ ਗਾਲ ਸੁਣਨ ਨੂੰ ਨਹੀਂ ਮਿਲੇਗੀ। ਬਹੁਤ ਘੱਟ ਹੋਵੇਗਾ, ਵੈਸੇ ਤਾਂ ਨਹੀਂ ਹੈ ਜਿੱਥੋਂ ਤੱਕ ਮੈਨੂੰ ਯਾਦ ਹੈ, ਤੁਹਾਨੂੰ ਟੀਵੀ ਦੇ ਉੱਤੇ ਤਾਂ ਬਿਲਕੁਲ ਨਹੀਂ ਮਿਲੇਗੀ। ਪਰ ਅੱਜ ਤੁਸੀਂ ਹਾਲਾਤ ਵੇਖ ਲਓ, ਨਾਟਕਾਂ ਦੇ ਵਿੱਚ, ਫਿਲਮਾਂ ਦੇ ਵਿੱਚ, ਜਿੱਥੇ ਮਰਜ਼ੀ ਵੇਖ ਲਓ, ਉਹ 'ਤੇ ਇੱਕ ਸ਼ੁਗਲ ਬਣਾ ਕੇ ਰੱਖ ਦਿੱਤਾ ਗਿਆ, ਜਿੱਦਾਂ ਗਾਲ ਕੱਢਣਾ ਨਾ ਮਾਣ ਵਾਲੀ ਗੱਲ ਹੋਵੇ। ਅਤੇ ਗੱਲ ਨੂੰ ਜਦੋਂ ਬੱਚੇ ਫਿਰ ਪਿਓ ਨੂੰ ਇਹੋ ਜਿਹੀਆਂ ਗਾਲਾਂ ਕੱਢਣਗੇ ਨਾ ਟੀ ਵੀ ਤੋਂ ਸੁਣ ਸੁਣ ਕੇ, ਫਿਰ ਪਿਓ ਨੂੰ ਲੱਗੇਗਾ ਵੀ ਉਹ ਇਹ ਤਾਂ ਗਲਤ ਹੋ ਗਿਆ। ਗਲਤ ਕਾਹਦਾ ਹੋਇਆ? ਸਾਹਮਣੇ ਬਹਿ ਕੇ ਤੇ ਵੇਖਦੇ ਰਹੇ ਜੇ, ਜਦੋਂ ਇਹ ਚੀਜ਼ ਆਉਂਦੀ ਤਾਂ ਬੰਦ ਕਿਉਂ ਨਹੀਂ ਕੀਤਾ ਇਸ ਚੀਜ਼ ਨੂੰ ਵੀ ਇਹਨੂੰ ਬੰਦ ਕਰਨਾ ਚਾਹੀਦਾ। ਮੈਂ ਇਸ ਕਰਕੇ ਕਹਿੰਦਾ ਹਾਂ, ਇਹ ਚੀਜ਼ਾਂ ਤਾਂ ਤੁਸੀਂ ਜ਼ਿਆਦਾ ਵੇਖਦੇ ਜੇ ਨਾ, ਤੁਸੀਂ ਵੇਖੋ ਵੀ ਬੋਲੀ ਦੇ ਵਿੱਚ ਵਹਿੰਦਿਆਂ ਕਿੰਨਾ ਬਦਲਾਅ ਆ ਗਿਆ, ਕਿੰਨੀ ਜਿਹੜੀ ਹੈ ਉਹ ਰਫ ਬੋਲੀ ਗਾਣਿਆਂ ਦੇ ਵਿੱਚ ਆ ਗਈ, ਕਿੰਨੀ ਰਫ ਬੋਲੀ ਜਿਹੜੀ ਹੈ ਉਹ ਨਾਟਕਾਂ ਦੇ ਵਿੱਚ ਆ ਗਈ, ਫਿਲਮਾਂ ਦੇ ਵਿੱਚ ਆ ਗਈ। ਅੱਜ ਤੋਂ 10-15 ਸਾਲ 20 ਸਾਲ ਪਹਿਲਾਂ ਦੀ ਬੋਲੀ ਨੂੰ ਕਿਤੇ ਵੇਖ ਲੈਣਾ ਅਤੇ ਅੱਜ ਦੀ ਬੋਲੀ ਦੇ ਵਿੱਚ ਵੇਖ ਲੈਣਾ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਪਤਾ ਲੱਗ ਜਾਵੇਗਾ। ਇਹ ਕਿਉਂ ਆ ਗਿਆ? ਚਸਕਾ ਪੈ ਗਿਆ ਹੈ, ਆਦਤ ਪੈ ਗਈ ਹੈ। ਸਾਡੀਆਂ 10 ਨੋਰਮਲ ਗੱਲਾਂ ਹੁੰਦੀਆਂ ਨੇ ਅਤੇ 10 ਦੇ ਵਿੱਚੋਂ 7 ਗੱਲਾਂ ਤਾਂ ਬਹੁਤਿਆਂ ਦੀਆਂ ਗਾਲਾਂ ਦੇ ਨਾਲ ਸ਼ੁਰੂ ਹੁੰਦੀਆਂ, ਸਾਡੀਆਂ ਨਹੀਂ ਹੁੰਦੀਆਂ। ਅਤੇ ਨਮਸਕਾਰ, ਪਰ ਤੁਸੀਂ ਕਿਤੇ ਵੇਖ ਲੈਣਾ, ਮੈਂ ਮਹਾਰਾਜ ਦੀ ਕਿਰਪਾ ਦੇ ਨਾਲ ਵੇਖਦਾ ਹੁੰਦਾ ਜਾ ਕੇ, ਲੋਕਾਂ ਨੂੰ ਕੰਨ ਬੰਦ ਕਰਨੇ ਪੈ ਜਾਂਦੇ ਨੇ ਵੀ ਕੀ ਬੋਲਦੇ ਪਏ ਨੇ। 4 ਗੱਲਾਂ ਕਰਦੇ ਨੇ, 3 ਗਾਲਾਂ ਕੱਢ ਜਾਂਦੇ ਨੇ ਵਿੱਚ। ਇਹ ਇੱਥੋਂ ਦੀ ਵੀ ਹਾਲਤ ਹੈ, ਪੰਜਾਬ ਦੀ ਵੀ ਹਾਲਤ ਇਹੋ ਹੀ ਹੈ। ਉੱਥੇ ਤਾਂ ਜ਼ਿਆਦਾ ਮਾੜਾ ਹਾਲ ਹੋਇਆ ਮੈਨੂੰ ਲੱਗਦਾ ਇਹਦੇ ਨਾਲੋਂ ਵੀ। ਮੈਂ ਸਿਰਫ ਇਸ ਗੱਲ ਨੂੰ ਕਹਿੰਦਾ, ਆਪਣੇ ਸੁਣਨ ਦੀ ਆਦਤ ਬਦਲੋ। ਜੇ ਘਰ ਦੇ ਵਿੱਚ ਕਿਸੇ ਨੂੰ ਇਹ ਆਦਤ ਹੈ ਤਾਂ ਉਹਨੂੰ ਟੋਕੋ, ਭਾਵੇਂ ਵੱਡਾ ਅਤੇ ਭਾਵੇਂ ਛੋਟਾ ਹੈ। ਸਿਆਣਪ ਦੇ ਵਿੱਚ ਜਿਹੜਾ ਸਿਆਣਾ ਨਹੀਂ ਹੈ, ਉਹ ਵੱਡੇ ਛੋਟੇ ਹੋਣ ਦੀ ਵੀ ਗੱਲ ਪਿੱਛੇ ਰਹਿ ਜਾਂਦੀ ਹੈ। ਇੱਜ਼ਤ ਦੇ ਨਾਲ ਉਹਨੂੰ ਕਹੋ, ਪਰ ਆਦਤ ਹੋਵੇਗੀ, ਨਹੀਂ ਤਾਂ ਕੱਲ੍ਹ ਨੂੰ ਫਿਰ 12-12 ਸਾਲਾਂ ਦੇ ਬੱਚੇ ਵੀ ਉਹੋ ਜਿਹਾ ਕੁਝ ਬੋਲਣਗੇ ਵੀ ਬਾਹਰੋਂ ਆਏ ਰਿਸ਼ਤੇਦਾਰ ਨੂੰ ਵੀ ਸ਼ਰਮ ਆ ਜਾਏਗੀ ਵੀ ਕੀ ਬੋਲਦਾ ਪਿਆ ਹੈ। ਇਹ ਘਰਾਂ 'ਚੋਂ ਸਿੱਖਿਆ ਜਾਂਦਾ, ਜੋ ਉਹਨੇ ਸੁਣਿਆ ਉਹਨੇ ਉਹੀ ਬੋਲਣਾ। ਇਸ ਕਰਕੇ ਧਿਆਨ ਦੇ ਨਾਲ ਆਪਣੇ ਸੁਣਨ ਦੀ ਆਦਤ। ਮੋਬਾਈਲ ਤੋਂ ਬੜੀ ਆਜ਼ਾਦੀ ਹੈ ਸਾਨੂੰ, ਕੋਈ ਨਹੀਂ ਟੋਕਦਾ ਅਸੀਂ ਕੀ ਸੁਣਨਾ, ਪਰ ਫਿਰ ਵੀ ਤੁਹਾਡਾ ਟੇਸਟ ਹੋਵੇਗਾ ਨਾ ਆਪਣਾ ਵੀ ਮੈਂ ਇਹੀ ਚੀਜ਼ਾਂ ਸੁਣਨੀਆਂ ਨੇ, ਆਪਣੇ ਆਪ ਹੀ ਗਲਤ ਗੱਲ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚੇਗੀ। ਅਤੇ ਜੇ ਕੰਨਾਂ ਤੱਕ ਗਲਤ ਨਹੀਂ ਗੱਲ ਪਹੁੰਚੀ ਤਾਂ ਸਮਝ ਲਓ ਤੁਹਾਡੇ ਅੰਦਰ ਨਹੀਂ ਗਈ, ਅਤੇ ਜੇ ਅੰਦਰ ਨਹੀਂ ਗਈ ਤਾਂ ਉਹ ਫੜੇਗੀ ਕਿੱਦਾਂ? ਉਹ ਵੱਡੀ ਹੋਵੇਗੀ ਨਹੀਂ ਕਦੀ। ਇਸ ਕਰਕੇ ਉੱਥੇ ਹੀ ਉਸ ਚੀਜ਼ ਦੀ ਬ੍ਰੇਕ ਲਾਉਣੀ। ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ, ਬੋਲਤ ਬੋਲ ਅਜਾਏ। ਮਹਾਰਾਜ ਜੀ ਕਹਿੰਦੇ ਨੇ, ਇਹ ਵਾਹਿਗੁਰੂ ਕਿਰਪਾ ਕਰੀ ਇਹੋ ਜਿਹੇ ਬੋਲ ਤੇ ਮੇਰੇ ਕੰਨਾਂ ਲਾਗੇ ਵੀ ਨਾ ਆਉਣ। ਜਦੋਂ ਤੁਸੀਂ ਥੋੜ੍ਹਾ ਜਿਹਾ ਉੱਚੇ ਹੋ ਜਾਵੋਗੇ ਨਾ ਇਹਨਾਂ ਬੋਲਾਂ ਤੋਂ, ਅਤੇ ਜੇ ਕੋਈ ਇਹੋ ਜਿਹੇ ਬੋਲ ਬੋਲੇਗਾ ਤੁਹਾਨੂੰ ਬੁਰਾ ਲੱਗੇਗਾ ਵੀ ਇਹ ਕੀ ਬੋਲਦਾ ਪਿਆ, ਤੁਹਾਨੂੰ ਨਫ਼ਰਤ ਹੋ ਜਾਵੇਗੀ ਇਹਨਾਂ ਬੋਲਾਂ ਤੋਂ। ਇਹ 2 ਚੀਜ਼ਾਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ। ਇੱਕ ਇਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਬਰਾਬਰ ਦੇ ਉੱਤੇ ਕੋਈ ਕੁਝ ਵੀ ਕਹਿੰਦਾ ਫਿਰੇ, ਕੋਈ ਬਾਣੀ ਬਰਾਬਰ ਨਹੀਂ। ਦੂਸਰੇ ਨੰਬਰ ਦੇ ਉੱਤੇ ਆਪਣੀ ਜਿਹੜੀਆਂ ਅਸੀਂ ਆਮ ਦੁਨੀਆ ਦੀਆਂ ਗੱਲਾਂ ਸੁਣਦੇ ਪਏ ਹਾਂ, ਉਹਨਾਂ ਗੱਲਾਂ ਨੂੰ ਸੁਣਨ ਦਾ ਆਪਣਾ ਟੇਸਟ ਬਦਲਣਾ ਵੀ ਮੈਂ ਕਿਹੜੀਆਂ ਗੱਲਾਂ ਸੁਣਨੀਆਂ ਨੇ ਅਤੇ ਕਿਹੜੀਆਂ ਗੱਲਾਂ ਨਹੀਂ ਸੁਣਨੀਆਂ। ਵਾਰਾਂ ਸੁਣੋ, ਚੜ੍ਹਦੀ ਕਲਾ ਵਾਲੀਆਂ ਗੱਲਾਂ ਸੁਣੋ, ਸਿਆਣਿਆਂ ਬੰਦਿਆਂ ਦੀਆਂ ਗੱਲਾਂ ਸੁਣੋ, ਜਿਹੜੇ ਮੱਤ ਦਿੰਦੇ ਨੇ ਉਹਨਾਂ ਦੀਆਂ ਗੱਲਾਂ ਸੁਣੋ, ਪਰ ਉਹਨਾਂ ਨੂੰ ਸੁਣਨਾ ਬੰਦ ਕਰੋ ਜਿਨ੍ਹਾਂ ਨੂੰ ਸੁਣਨ ਦੇ ਨਾਲ ਕੁਝ ਨਹੀਂ ਬਣਨਾ। ਐਵੇਂ ਕੰਨ ਖਰਾਬ ਕਰਦੇ ਪਏ, ਹੋਵੇਗਾ ਕੁਝ ਨਹੀਂ। ਤੁਸੀਂ ਚੰਗੀ ਚੀਜ਼ ਸੁਣੋਗੇ ਨਾ ਹੈੱਡਫੋਨ ਲਾ ਕੇ, ਅਤੇ ਕੰਨ ਤੁਹਾਡੇ ਤਾਂ ਵੀ ਖਰਾਬ ਹੋਣੇ ਨੇ, ਅਤੇ ਮਾੜੀ ਸੁਣ ਲਓਗੇ ਕੰਨ ਫਿਰ ਵੀ ਖਰਾਬ ਹੋ ਜਾਣੇ ਨੇ। ਪਰ ਇਹਦਾ ਮਤਲਬ ਇਹ ਹੈ ਵੀ ਜੇ ਕੰਨ ਖਰਾਬ ਕਰਨੇ ਹੀ ਨੇ ਤਾਂ ਚੰਗੀ ਚੀਜ਼ ਸੁਣ ਕੇ ਕਿਉਂ ਨਾ ਕੀਤੇ ਜਾਣ। ਜੇ ਹੁਣ ਆਦਤ ਪੈ ਗਈ ਹੈ, ਮੈਂ ਬੇਨਤੀ ਕੀਤੀ ਸੀ ਕੱਲ੍ਹ ਵੀ ਹੋਰ ਨਾ ਕੰਮਾਂ ਲਈ ਮੋਬਾਈਲ ਵਰਤਿਆ ਜਾਂਦਾ, ਚੰਗੀ ਚੀਜ਼ ਲਈ ਕਿਉਂ ਨਹੀਂ ਵਰਤ ਸਕਦੇ? ਚੱਲਦਾ ਰਹੇ ਨਾ ਪਾਠ ਲੱਗੇ, ਆਪਣੇ ਘਰ ਦੇ ਕੰਮ ਕਰਦੇ ਰਹੋ, ਹੌਲੀ ਹੌਲੀ ਆਦਤ ਪੈ ਜਾਵੇਗੀ ਵੀ ਮੈਂ ਭਾਈ ਉਹ ਚੀਜ਼ਾਂ ਸੁਣਦਾ ਹੀ ਨਹੀਂ। ਇਸ ਕਰਕੇ 2 ਗੱਲਾਂ, ਆਪਣਾ ਬਾਹਰ ਜੋ ਅਸੀਂ ਸੁਣਦੇ ਪਏ ਹਾਂ ਉਹਨੂੰ ਧਿਆਨ ਦੇ ਨਾਲ ਸੁਣਨਾ ਵੀ ਮੈਂ ਚੰਗਾ ਹੀ ਸੁਣਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਬਰਾਬਰੀ ਦੇ ਉੱਤੇ ਕੋਈ ਬਾਣੀ ਨਹੀਂ।
ਹੁਣ तीसरी गल नूं असीं नाल समझण दी कोशिश करिए। कुछ कोशिशां ਤੁਹਾਨੂੰ गुरु ग्रंथ साहिब महाराज तो परे करन दे लई ਜਾਂ ਤੁਸੀਂ ਆਪ ਯਤਨ नहीं करते, कोशिश नहीं करते, तो ਤੁਹਾਨੂੰ दस दिता जाता भी शायद वाकई इदां ही गल हो। ये गल है जी ਜਿਹੜੀ गुरु ग्रंथ साहिब महाराज दीयां पंक्तियां मढ़ दित्तियां जांदियां ने पर गुरु ग्रंथ साहिब 'च हुंदियां नहीं ने। मैं एक तो आप जी दे अगे उदाहरण दे दी है, नाम खुमारी नानका चढ़ी रहे दिन रात। हुण बहुतियां सिखां नूं पता ही नहीं भी ये बाणी गुरु ग्रंथ साहिब दे विच है ही नहीं, बाणी ये पंक्ति है ही नहीं। हुण जिन्हों नहीं पता वो तो पहलां तो बेचारा अखां मीट के मनी जाता भी वाकई खरे बाबे ने क्या ही होना, ये है ही नहीं। नानक नीवा जो चले लगे ना तत्ती वाओ, ये है ही नहीं। नाम नानक दा वरत्या होया, नाम सतगुरु दा वरत्या होया। ये असल दे विच उन्हां बंदियां दे वल्लों गल शुरू कीती गई सी कि जदों सिख जिहड़े सी ना वो गुरु नानक दी बाणी नूं पढ़दे हुंदे सी तो उन्होंने ये लगता सी कि गुरु नानक का नाम लिख दो तो उत्ते अपनी कविता लिख दो, सिख पढ़ लवेगा तो सिख साड़ी मशहूरी नाल हो जाएगी। उन्होंने मशहूरी कराउण दी आदत सी, मशहूरी अपनी है, नाम गुरु नानक साहिब का वरत देना उन्होंने। ये इदां दे बंदे हुण उल्ट भी हो ही जाता है, वो मशहूरी अपनी कर जाते हैं, शब्द गुरबाणी का वरतते हैं, थले गुरु नानक का नाम मेसी कर जाते हैं भी ये है ही नहीं। इन्हां चीज़ों तो अपने आप नूं उत्ते रखना। तुसी शायद क्योंकि इत्थे तुहाडे बहुते कार्ड इंग्लिश के विच प्रिंट होंदे ने पर उत्थे भी कई गुरबाणी दीयां पंक्तियां जिद्दां लिख दिंदे ने भी लख खुशियां पातशाहियां जे सतगुर नदर करे। चलो ये तो गुरबाणी की पंक्ति है, पर दूसरे पासे एक पंक्ति तुसी किते शायद पढ़ी होवेगी, सतगुर दाते काज रचाया अपनी मेहर कराई, दसां कार जाप सवारे ये उसकी वडियाई। ये गुरु ग्रंथ साहिब 'च है ही नहीं। वो पढ़न वाले नूं इंज लगेगा भी खरे गुरु ग्रंथ साहिब दे विच ही लिखी है। किन्नियां पंक्तियां मैं आप जी दे अगे रख देवां, बड़े शब्द ने, शब्दां दे शब्द पूरे दे पूरे जिहड़े मिलदे ने भी ये सतगुरु दे नां दे उत्ते ने। जिहड़ी बाणी गुरु साहिबान दी है वो गुरु साहिब ने गुरु ग्रंथ साहिब दे अंदर दर्ज कर दित्ती है। ਇਹਦੇ ਤੋਂ ਬਾਹਰ कोई भी किते भी शब्द पिया होवे वो गुरु ग्रंथ साहिब महाराज की बाणी का शब्द नहीं है। ਉਹਦੇ ਵੱਲ ਤਾਕੀਦ ਕਰਦੇ ਪਏ ਨੇ ਸਿੱਖੋ, ਕੱਲ੍ਹ ਨੂੰ ਕੋਈ ਤੁਹਾਨੂੰ ਕਵੇ ਵੀ ਆਨੰਦ ਲੈਣਾ ਹੈ ਤੇ ਗੁਰਬਾਣੀ ਛੱਡੋ ਤੇ ਮੈਂ ਤੁਹਾਨੂੰ 4 ਕਵਿਤਾ ਪੜ੍ਹਾ ਦਿੰਦਾ। ਚਲੋ ਇਹ ਵੀ ਗੱਲ ਆਪਾਂ ਕਰ ਹੀ ਲਈਏ। ਹੁਣ ਇੱਧਰ ਪਾਸੇ ਤੁਰੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਬਰਾਬਰ ਕੋਈ ਕਵਿਤਾ ਨਹੀਂ। ਕਵਿਤਾ ਦਾ ਮੁਕਾਬਲਾ ਹੋ ਸਕਦਾ ਹੈ, ਕਵੀ ਦਰਬਾਰ ਹੁੰਦੇ ਰਹੇ ਨੇ, ਗੁਰੂ ਸਾਹਿਬਾਨ ਦੇ ਵੇਲੇ ਵੀ ਹੁੰਦੇ ਰਹੇ, ਕਵੀ ਦਰਬਾਰ ਹੋ ਸਕਦੇ ਨੇ, पर जे वो कहे भी कविता गुरु ग्रंथ साहिब की बाणी के शब्द के बराबर है, वो नहीं है बराबर। भावें अर्थ वही करती पई है, वो नहीं है वो बराबर। ये तो इदां दी गल है ना भी कोई एक सामने तुहानूं खड़ा कीता होवे ते एक बिल्कुल तुहाडी शक्ल वर्गा एक मोम का पुतला बना देवे, शक्ल तो तुहाडी है वो भी पर तुसीं नहीं जे हो, तुसीं कुछ होर जे, मोम का पुतला कुछ होर है। कविता भावें गुरु ग्रंथ साहिब दे विचों लैके ही अपने कोलों लिख दी गई है, शब्द फिर भी शब्द है, कविता फिर भी सैकेंडरी है। इस करके कोई कविता जिहड़ी है ना वो गुरु ग्रंथ साहिब महाराज की बाणी का बाणी की बराबरी नहीं कर सकती। इत्थे बड़े कमाल की गल है, मैं कल भी प्लस पॉइंट बोलिया सी, मैं अज भी बोलांगा। प्रभात फेरियां निकलदियां ने, संगतां गुरबाणी के शब्द पढ़दियां ने, ये बड़ी वधिया गल है। नहीं तो कई थावां तो तुसीं वेखो शब्द पढ़न की आदत ही नहीं लोकां नूं, वो शब्दों की थां तो होर ही अपने कोले बना के पढ़ी जाते हैं भी जे इन्ना वड्डा खजाना साडे कोल असीं तां नहीं पढ़ सकते तो बाकी लोगों नूं किद्दां हुंदा भी असीं किद्दां कह सकते हैं भी तुसीं गुरबाणी दे नाल जुड़ो। तो बहाना पता अगों की बनाउंदे ने जी, लोगों नूं गुरबाणी की समझ नहीं आउंदी। इहो ही बहाना मारिया जाता है भी लोगों नूं गुरबाणी की समझ नहीं आउंदी, इस करके असीं कविता बना के पेश कर देंगे हैं। तो तुसीं कदी मैथ के टीचर के कोलों ये सुनिया भी वो कहे भी लोगों नूं मैथ समझ नहीं आता तो मैं मैथ सौखा करके लोगों नूं समझा रहा, ਉਹਦਾ मैथ के नियम उही रहिंदे ने, ਉਹਦੇ रूल उही रहिंदे ने। वो कहे भी बच्चों नूं साइंस नहीं समझ आउंदी तो मैं साइंस के जिहड़े बेसिक ने वो चेंज करके तो जिहड़े सौखे समझ आउंदे ने मैं वो कर देवां, नहीं आउंदे। वो उस बेसिक नूं याद करना पैंदा, वो फॉर्मूला उदां ही याद करना पैंदा उन्होंने। इस करके गुरबाणी जिद्दां लिखी है सानूं उदां ही पढ़नी पैनी तो उदां ही याद करनी है। मैं कल भी बेनती कीती सी भी असीं पंजाबी परिवारां दे नाल संबंध रखते हाँ, सानूं जम इंग्लिश आवे हिंदी आवे वधिया गल है, पर जदों गुरु ग्रंथ साहिब का पाठ करना फिर सानूं पंजाबी आउणी चाहीदी, क्योंकि असीं पंजाबी हाँ, सानूं पंजाबी समझ आवेगी। जे असीं सोचते हैं ना भी पंजाबी होकर सानूं हिंदी च गल समझ आ जाएगी जां सानूं अंग्रेजी च गल समझ आ जाएगी, वो नहीं आवेगी। हिंदी वालियां नूं आ जावे वधिया गल है, असीं पंजाबी परिवारां वाले हाँ, सानूं पंजाबी जरूरी है। महाराज की कह रहे ने भाई सतगुरु बिना गुरु ग्रंथ साहिब की बाणी तो बिना
गुरु ग्रंथ साहिब महाराज जी की बाणी तो बिना होर कच्ची है बाणी। कोई भी तुहानूं ये सुनाउण दी कोशिश करे भी आह शब्द गुरु ग्रंथ साहिब दे विच है पर होवे ना, वो साडे लई की है? कच्ची बाणी है, साडे लई प्रवाणित नहीं है, पंथ लई प्रवाणित नहीं है। ਉਹਨੂੰ ਕਹੋ ਵੀ ਭਾਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਹੈ ਤੇ ਕਰ, ਬਾਕੀ ਅਸੀਂ ਬਾਹਰ ਨਹੀਂ ਸੁਣ ਸਕਦੇ, ਤੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ। ਐਡਾ ਵੱਡਾ ਖਜ਼ਾਨਾ ਹੈ, ਅਸੀਂ ਇਹਦੀ ਗੱਲ ਕਿਉਂ ਨਹੀਂ ਕਰਦੇ? ਇਸ ਕਰਕੇ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਤੋਂ ਬਿਨਾਂ ਦਾਤਾਰ ਕਹਿੰਦੇ ਨੇ ਗੁਰੂ ਦੀ ਬਾਣੀ ਤੋਂ ਬਿਨਾਂ ਜਿੰਨੀ ਵੀ ਬਾਣੀ ਹੈ ਕੱਚੀ ਹੈ। ਭਾਵ ਉਹ ਆਨੰਦ ਨਹੀਂ ਤੁਹਾਨੂੰ ਦੇ ਸਕਦੀ ਜੋ ਆਨੰਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ। ਫਿਰ ਹੋਵੇਗਾ ਕਿ ਜੇ ਜਿੱਦ ਦੇ ਵਿੱਚ ਆ ਕੇ ਪੜ੍ਹੀ ਵੀ ਗਏ, ਮਹਾਰਾਜ ਕਹਿੰਦੇ ਕੱਚੇ। ਇਸ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ ਹੋ ਜਾਂਦੇ ਨੇ, ਨਿਕੰਮੇ ਗੀਤ ਸੁਣਨ ਵਾਲੇ ਵੀ ਨਿਕੰਮੇ ਹੋ ਜਾਂਦੇ ਨੇ, ਬੁਰੀਆਂ ਗੱਲਾਂ ਸੁਣਨ ਵਾਲੇ ਵੀ ਇੱਕ ਦਿਨ ਬੁਰੇ ਹੋ ਜਾਂਦੇ ਨੇ। ਕਹਿੰਦੇ ਕੱਚੇ, ਕਹਿਣ ਵਾਲੇ ਵੀ ਕੱਚੇ, ਸੁਣਦੇ ਕੱਚੇ। ਜਿਹੜੇ ਸੁਣਦੇ ਨੇ ਇਹੋ ਜਿਹੀ ਕੱਚੀ ਬਾਣੀ ਨੂੰ, ਨੀਵੇਂ ਲੈਵਲ ਦੀਆਂ ਗੱਲਾਂ ਸੁਣਦੇ ਨੇ, ਦਾਤਾਰ ਕਹਿੰਦੇ ਨੇ ਉਹ ਸੁਣਨ ਵਾਲੇ ਵੀ ਕੱਚੇ। ਕੱਚੀ ਆਖ ਵਖਾਣੀ। ਅਤੇ ਜਿਹੜਾ ਇਹਨਾਂ ਗੱਲਾਂ ਦੀ ਪੈਰਵੀ ਕਰਦਾ ਨਾ ਵੀ ਨਹੀਂ ਜੀ ਬੜੀ ਵਧੀਆ ਗੱਲ ਹੈ, ਕੋਈ ਗੱਲ ਨਹੀਂ, ਇਹ ਤਾਂ ਸਮਾਜ ਹੈ, ਇਹਦੇ ਵਿੱਚ ਤਾਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਜਿੱਦਾਂ ਤੁਸੀਂ ਵੇਖਦੇ ਜੇ ਨਾ ਘਰ ਦੇ ਵਿੱਚ ਇੱਕ ਜਣਾ ਹਟਾ ਰਿਹਾ ਵੀ ਗਲਤ ਨਾ ਬੋਲੋ, ਬੱਚੇ ਨੇ ਘਰ ਦੇ ਵਿੱਚ ਗਲਤ ਆਦਤਾਂ ਸਿੱਖਣਗੇ ਅਤੇ ਦੂਸਰਾ ਲਾਗੋਂ ਪੈਰਵੀ ਕਰਦਾ ਹੋਵੇ, ਉਹ ਫਿਰ ਕੀ ਹੈ, ਇਹ ਤਾਂ ਆਦਤਾਂ ਪਈਆਂ ਹੋਈਆਂ ਨੇ। ਕਈਆਂ ਘਰਾਂ ਦੇ ਵਿੱਚ ਨਾ ਜਿੱਦਾਂ ਬੰਦਿਆਂ ਨੂੰ ਲਾਇਸੈਂਸ ਮਿਲੇ ਹੁੰਦੇ ਨੇ ਵੀ ਬੰਦਾ ਜਿੱਦਾਂ ਮਰਜ਼ੀ ਬੋਲ ਸਕਦਾ। ਕਿਉਂ ਬੋਲੇ ਬੰਦਾ? ਉਹਨੂੰ ਇੰਨਾ ਨਹੀਂ ਸਮਝ ਹੈਗੀ ਕਿ ਮੈਂ ਘਰ ਦੇ ਵਿੱਚ ਜਦੋਂ ਬੋਲਦਾ ਹਾਂ, ਘਰ ਦੇ ਵਿੱਚ ਕੋਈ ਆ ਕੇ ਇੱਦਾਂ ਬੋਲੇ ਤਾਂ ਬੁਰਾ ਲੱਗਦਾ ਹੈ, ਪਰ ਮੈਂ ਬੋਲਦਾ ਤਾਂ ਵੇਖਦਾ ਹੀ ਨਹੀਂ ਕੀ ਬੋਲਦਾ ਪਿਆ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜੇ ਇਹਨਾਂ ਗੱਲਾਂ ਦੀ ਪੈਰਵੀ ਵੀ ਕਰਦੇ ਪਏ ਨੇ ਵੀ ਜੇ ਕੋਈ ਰਫ ਬੋਲਦਾ ਪਿਆ ਹੈ ਤਾਂ ਕੋਈ ਨਹੀਂ, ਬੋਲੀ ਜਾਣ ਦਿਓ, ਸ਼ਾਇਦ ਇਹਦਾ ਜਨਮ ਸਿੱਧ ਅਧਿਕਾਰ ਹੈ। ਮਹਾਰਾਜ ਕਹਿੰਦੇ ਕੱਚੀ ਆਖ ਵਖਾਣੀ। ਇਹੋ ਜਿਹੀਆਂ ਗੱਲਾਂ ਦੀ ਵਿਆਖਿਆ ਕਰਨ ਵਾਲੇ ਵੀ ਕੱਚੇ ਨੇ। ਇਸ ਕਰਕੇ ਆਦਤ ਪਹਿਲਾਂ ਆਪ ਹਟਾਈਏ ਅਤੇ ਫਿਰ ਦੂਸਰੇ ਦੀ ਵੀ ਹਟਾਉਣ ਦੀ ਕੋਸ਼ਿਸ਼ ਕਰੀਏ। ਮਹਾਰਾਜ ਕਹਿੰਦੇ ਹਰ ਹਰ ਨਿਤ ਕਰੇ ਰਸਨਾ। ਇਹੋ ਜਿਹੇ ਬੰਦੇ ਜ਼ੁਬਾਨ ਦੇ ਨਾਲ ਇਹੋ ਜਿਹੀਆਂ ਕੱਚੀਆਂ ਧਾਰਨਾਵਾਂ, ਕੱਚੀਆਂ ਬਾਣੀਆਂ, ਕੱਚੀਆਂ ਬੋਲੀਆਂ ਪੜ੍ਹ ਕੇ ਜੋ ਮਰਜ਼ੀ ਕਰੀ ਜਾਣ ਜ਼ੁਬਾਨ ਦੇ ਨਾਲ। ਕਹਿਆ ਕਛੂ ਨਾ ਜਾਣੀ। ਸਮਝ ਲਓ ਉਹ ਜੋ ਕਹਿੰਦੇ ਨੇ ਆਪਣੇ ਕਹੇ ਦਾ ਵੀ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ, ਆਪਣੀ ਗੱਲ ਦਾ ਵੀ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ। ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ। ਜਿਨ੍ਹਾਂ ਦਾ ਚਿੱਤ ਮਾਇਆ ਨੇ ਆਪਣੇ ਵੱਲ ਖਿੱਚ ਲਿਆ ਹੋਇਆ। ਬੋਲਣ ਪਏ ਰਵਾਣੀ, ਉਹ ਉੱਤੋਂ ਬੋਲਦੇ ਪਏ ਨੇ। ਗੁਰਬਾਣੀ ਡੂੰਘੇ ਲਫ਼ਜ਼ਾਂ ਦੇ ਵਿੱਚੋਂ, ਤੁਹਾਡੇ ਡੂੰਘੇ ਮਨ ਦੇ ਵਿੱਚੋਂ ਨਿਕਲੀ ਹੋਈ ਹੈ। ਬੋਲਣ ਪਏ ਰਵਾਣੀ ਦਾ ਮਤਲਬ ਹੈ ਅੰਦਰ ਚਿੱਤ ਦੇ ਵਿੱਚ ਤੇ ਮਾਇਆ ਹੈ, ਉੱਤੋਂ ਬੋਲਦੇ ਪਏ ਨੇ। ਪਾਠ ਕੀਤਾ ਉਹ ਵੀ ਉੱਤੋਂ, ਚਾਰ ਪੰਕਤੀਆਂ ਜੋੜ ਲੀਆਂ ਉਹ ਵੀ ਉੱਤੋਂ। ਉਹ ਉਹਨਾਂ ਅਸਰ ਕਿੱਥੇ ਬਣੇ? ਤੁਸੀਂ ਕਦੀ ਇੱਦਾਂ ਸੋਚਿਆ ਹੋਵੇ ਵੀ ਆਪਣੇ ਘਰ ਦੇ ਵਿੱਚ ਸਫਾਈ ਕਰਨ ਲੱਗੇ ਵੀ ਉੱਤੋਂ ਸਫਾਈ ਕਰਕੇ ਨਿਕਲ ਗਏ ਤਾਂ ਫਿਰ ਕੀ ਬਣੇਗਾ? ਅਤੇ ਜਿਹੜੀ ਗੱਲ ਉੱਤੋਂ ਬੋਲੀ ਜਾ ਰਹੀ ਹੈ ਉਹਦਾ ਅਸਰ ਕਿੰਨਾ ਕੁ ਹੋਵੇਗਾ? ਮਨੋਵਿਗਿਆਨਿਕ ਗੱਲ ਨੂੰ ਕਹਿੰਦਾ ਹੈ ਜਿੱਥੋਂ ਤੁਸੀਂ ਗੱਲ ਬੋਲਦੇ ਜੇ ਨਾ ਅਗਲੇ ਦੇ ਉੱਥੇ ਜਾ ਕੇ ਲੱਗਦੀ ਹੈ। ਅਤੇ ਤੁਸੀਂ ਦਿਲ ਤੋਂ ਬੋਲੀਏ ਤਾਂ ਅਗਲੇ ਦੇ ਦਿਲ 'ਤੇ ਪਹੁੰਚੇਗੀ। ਅਤੇ ਜੇ ਤੁਸੀਂ ਬਸ ਦਿਮਾਗੀ ਕੀੜੇ ਦੜਾ ਰਹੇ ਜੇ ਵੀ ਹਾਂ ਮੈਂ ਬਸ ਟਾਈਮ ਪੂਰਾ ਕਰਨਾ ਹੈ, ਅਗਲੇ ਦੇ ਵੀ ਦਿਮਾਗ ਦੇ ਵਿੱਚ ਹੀ ਗੱਲ ਜਾਵੇਗੀ, ਦਿਲ ਦੇ ਵਿੱਚ ਨਹੀਂ ਜਾਵੇਗੀ। ਅਤੇ ਦਿਮਾਗ 'ਤੇ ਗਈ ਗੱਲ ਦਾ ਉਹਨਾਂ ਅਸਰ ਨਹੀਂ ਹੁੰਦਾ ਜਿੰਨਾ ਦਿਲ ਦੇ ਉੱਤੇ ਗਈ ਗੱਲ ਦਾ ਅਸਰ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਚਿੱਤ ਜਿਨ ਕਾ ਹਿਰ ਲਿਆ ਮਾਇਆ। ਜਿਨ੍ਹਾਂ ਦਾ ਦਿਲ ਤੇ ਮਾਇਆ ਦੇ ਵਿੱਚ ਲੱਗਾ ਹੋਇਆ ਹੈ। ਬੋਲਣ ਪਏ ਰਵਾਣੀ, ਪਰ ਉੱਤੋਂ ਜਿੰਨੇ ਵੀ ਬੋਲਦੇ ਪਏ ਨੇ ਉਹ ਬੋਲਾਂ ਦਾ ਬਹੁਤਾ ਅਸਰ ਨਹੀਂ ਹੈ ਉਹਨਾਂ ਦੇ ਉੱਤੇ। ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਹੈ ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖਦੇ ਹਨ ਸਤਿਗੁਰੂ ਬਾਝੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਬਿਨਾਂ ਸਤਿਗੁਰੂ ਕਹਿੰਦੇ ਹੋਰ ਕੱਚੀ ਬਾਣੀ, ਹੋਰ ਜਿੰਨੀ ਵੀ ਬਾਣੀ ਹੈ ਉਹ ਕੱਚੀ ਹੈ। ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਸਾਡਾ ਜੀਵਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਸਾਡਾ ਨਿਤਨੇਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੋਣਾ ਚਾਹੀਦਾ ਹੈ। ਮੈਂ ਇਹ ਕਹਿ ਦੇਵਾਂ ਕਿਉਂਕਿ ਸਾਡਾ ਸੰਬੰਧ, ਜਿੱਦਾਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ, ਜਿੱਦਾਂ ਦੁਭਾਸ਼ੀਏ ਨੂੰ ਆਪਣੀ ਰਾਜੇ ਦੀ ਬੋਲੀ ਦਾ ਪਤਾ ਹੈ, ਸਾਨੂੰ ਸਾਡੇ ਘਰ ਦੇ ਮੈਂਬਰਾਂ ਦੀ ਆਵਾਜ਼ ਦੀ ਪਹਿਚਾਣ ਹੈ ਨਾ, ਇੱਦਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਪਹਿਚਾਣ ਹੋਵੇ। ਉਹਦੇ ਲਈ ਮਿਹਨਤ ਕਰਨੀ ਪਵੇਗੀ, ਉਹਦੇ ਲਈ ਟਾਈਮ ਦੇਣਾ ਪਵੇਗਾ, ਉਹਦੇ ਲਈ ਦੂਜੀਆਂ ਚੀਜ਼ਾਂ ਵੱਲੋਂ ਧਿਆਨ ਹਟਾ ਕੇ ਅਤੇ ਸਾਨੂੰ ਸੁਣਨ ਦਾ ਟੇਸਟ ਬਦਲਣਾ ਪਵੇਗਾ। ਵੱਧ ਤੋਂ ਵੱਧ ਸਮਾਂ ਜਿੰਨਾ ਵੀ ਸਾਨੂੰ ਮਾਲਕ ਦਿੰਦਾ ਹੈ ਇਸ ਪਾਸੇ ਲਗਾਉਣ ਦੀ ਕੋਸ਼ਿਸ਼ ਕਰੀਏ। ਇਹ ਕੁਝ ਕੁ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ। ਆਪਾਂ ਪੌੜੀ ਦਾ ਪਾਠ ਕਰਕੇ ਫਿਰ ਸਮਾਪਤੀ ਕਰਾਂਗੇ।
ਲਗਭਗ ਪੌੜੀ ਆਪ ਜੀ ਨੂੰ ਯਾਦ ਹੋਵੇਗੀ, ਕਿਉਂਕਿ ਸਕਰੀਨ ਨਾ ਚੱਲਣ ਕਰਕੇ ਥੋੜ੍ਹੇ ਦਿਨ ਦਿੱਕਤ ਹੈ। ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰਿਓ, ਨਾਲ ਜ਼ਰੂਰ ਆਪ ਜੀ ਨੇ ਇਸ ਬਾਣੀ ਨੂੰ ਪੜ੍ਹਨਾ ਜੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਨ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਇੱਕ ਗੱਲ ਇੱਥੇ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਹੈ, ਸਤਿਗੁਰ ਪਾਠ ਨਹੀਂ ਹੈ, ਸਤਿਗੁਰੂ ਪਾਠ ਹੈ, ਜਿੰਨੀ ਵਾਰ ਵੀ ਇੱਥੇ ਆਇਆ ਹੈ। ਦੂਸਰਾ ਇੱਕ ਵਿਸ਼ਰਾਮ ਹੈ, ਚਿਤ ਜਿਨ ਕਾ ਹਿਰ ਲਿਆ ਮਾਇਆ, ਇਹ ਮਾਇਆ ਦੇ ਉੱਤੇ ਵਿਸ਼ਰਾਮ ਹੈ। ਕਈ ਗੁਟਕਾ ਸਾਹਿਬ ਨੇ ਉੱਥੇ ਪਾਠ ਇੱਦਾਂ ਲਿਖਿਆ ਹੋਇਆ ਕਿ ਪਾਠ ਕਰਨ ਵਾਲਿਆਂ ਨੂੰ ਭੁਲੇਖਾ ਲੱਗ ਜਾਂਦਾ, ਉਹ ਮਾਇਆ ਬੋਲਣ ਇਕੱਠਾ ਕਰ ਦਿੰਦੇ ਨੇ। ਚਿਤ ਜਿਨ ਕਾ ਹਿਰ ਲਿਆ ਮਾਇਆ, ਇੱਥੇ ਵਿਸ਼ਰਾਮ ਹੈ, ਇੱਥੇ ਰੁਕਣਾ ਹੈ। ਬੋਲਨ ਪਏ ਰਵਾਣੀ, ਫਿਰ ਅੱਗੇ ਇੱਦਾਂ ਪਾਠ ਹੈ। ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।